PTN 24 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਭਖ ਦੇ ਮੁੱਦੇ। ਇਹ ਪ੍ਰੋਗਰਾਮ ਮੰਡੇ ਟੂ ਫਰਾਈਡੇ ਸ਼ਾਮ ਨੂੰ 8:30 ਤੋਂ 9:30 ਵਜੇ ਤੱਕ। ਇਸ ਦੇ ਵਿੱਚ ਆਪਣੇ ਨਾਲ ਹੁੰਦੇ ਨੇ ਸਰਦਾਰ ਬਖਤੌਰ ਸਿੰਘ ਜੀ ਢਿੱਲੋਂ। ਤੇ ਪ੍ਰੋਗਰਾਮ ਮੰਡੇ ਟੂ ਫਰਾਈਡੇ ਤੁਸੀਂ ਆਨੰਦ ਮਾਣਦੇ ਹੋ। ਆਪਣੀ ਲਾਈਨ ਜਿਹੜੀ ਇਸ ਟਾਈਮ ਬਠਿੰਡੇ ਜੁੜ ਚੁੱਕੀ ਆ ਤੇ ਢਿੱਲੋਂ ਸਾਹਿਬ ਦਾ ਸਵਾਗਤ ਕਰਦੇ ਹਾਂ। ਜੀ ਢਿੱਲੋਂ ਸਾਹਿਬ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। शुक्रिया जी, मेहरबानी। सारे ही दर्शकों ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜਿਸ ਤਰ੍ਹਾਂ ਆਪਾਂ ਢਿੱਲੋਂ ਸਾਹਿਬ ਗੱਲਬਾਤ ਕਰਦੇ, ਪੂਰੀ ਦੁਨੀਆ ਦੇ ਵਿੱਚ ਜਿਹੜਾ ਕੋਵਿਡ-19 ਹੈ, ਜਾਣੀ ਕਿ ਕਰੋਨਾ ਵਾਇਰਸ ਆ, ਉਹ ਸਾਲ ਤੋਂ ਉੱਪਰ ਹੋ ਗਿਆ ਜੀ ਸਾਲਗਿਰਾ ਵੀ ਮਨਾਈ ਆ ਹੁਣੀ। ਤੇ ਪੂਰੀ ਦੁਨੀਆ ਦੇ ਵਿੱਚ ਜਿਹੜੀ ਥਰਡ ਵੇਵ ਆ ਉਹ ਸ਼ੁਰੂ ਹੋ ਗਈ। ਇੱਥੋਂ ਤੱਕ ਜਿਹੜਾ UK ਨੇ ਬੋਰਿਸ ਜੌਨਸਨ, ਉਹਨਾਂ ਨੇ ਕਹਿ ਦਿੱਤਾ ਜੀ ਸਾਡੇ ਦੇਸ਼ ਨੂੰ, ਜਿਹੜਾ ਇੰਗਲੈਂਡ ਨੂੰ ਬਹੁਤ ਜ਼ਿਆਦਾ ਹਿੱਟ ਕੀਤਾ ਕੋਵਿਡ-19 ਨੇ, ਤੀਜੀ ਵੇਵ ਨੇ। ਪੂਰੀ ਦੁਨੀਆ ਦੇ ਵਿੱਚ ਆ ਗਈ ਹੈ। ਸਾਡੇ ਕੈਨੇਡਾ ਦੇ ਵਿੱਚ ਵੀ ਜਿਹੜੀ ਪੂਰੀ ਹੁਣ ਜਿਹੜੇ ਕੇਸ ਆ ਦਿਨੋਂ ਦਿਨ ਵੱਧ ਰਹੇ ਆ, ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਇਹ ਹੋ ਗਈ ਆ, ਇੱਕ ਤਾਂ ਵਿੰਟਰ ਲੰਘ ਗਈ ਆ ਤਾਂ ਸਮਰ ਆ ਗਈ। ਸਮਰ ਜਦੋਂ ਦਿਨ ਵਧੀਆ ਲੱਗ ਗਿਆ, 2 ਦਿਨ ਹੋ ਗਿਆ, ਤਾਂ ਲੋਕ ਘੁੰਮਣ ਫਿਰਨ ਬਹੁਤ ਲੱਗ ਪੈਂਦੇ ਜੀ ਬਾਹਰ। ਤੁਹਾਨੂੰ ਪਤਾ ਹੀ ਹੈ, ਸਾਵਧਾਨੀਆਂ ਨਹੀਂ ਵਰਤਦੇ ਤੇ ਉਹਦੇ ਨਾਲ ਜਿਹੜਾ ਸਾਰਾ ਪ੍ਰਕੋਪ ਅੱਗੇ ਵੱਧ ਰਿਹਾ। ਇੱਕ ਹੁਣ ਜਿਹੜਾ ਨਵਾਂ ਵੇਰੀਐਂਟ ਆ ਉਹ ਬਹੁਤ ਜ਼ਿਆਦਾ ਡੇਂਜਰਸ ਆ, ਉਹ ਜ਼ਿਆਦਾ ਸਪਰੈਡ ਹੁੰਦਾ। ਇੱਦਾਂ ਦੀ ਖਬਰ ਹੁਣ ਭਾਰਤ ਤੋਂ ਆ ਰਹੀ ਹੈ ਜੀ, ਕਹਿੰਦੇ ਕਰੋਨਾ ਦਾ ਕਹਿਰ ਜਾਰੀ ਤੇ ਪੰਜਾਬ 'ਚ ਕਈ ਦਰਜਨ ਮੌਤਾਂ। ਦੇਸ਼ ਭਰ 'ਚ ਇੱਕ ਦਿਨ ਦੇ ਵਿੱਚ ਜਿਹੜੇ 50,000 ਦੇ ਕਰੀਬ ਨਵੇਂ ਕੇਸ ਆਏ ਆ ਜੀ। ਬਿਲਕੁਲ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਕੱਲ ਦੇ ਵਿੱਚ ਮੌਤਾਂ ਵੀ 50 ਤੋਂ ਉੱਪਰ ਹੋ ਗਈਆਂ ਜੀ। ਕਈ ਦਰਜਨਾਂ ਹੀ ਆਪਾਂ ਕਹਿ ਸਕਦੇ ਹਾਂ, ਤੇ 50,000 ਨਵੇਂ ਕੇਸ ਆਉਣੇ ਇੱਕ ਦਿਨ ਵਿੱਚ ਦੀ ਇਹ ਕੋਈ ਛੋਟੀ ਗੱਲ ਨਹੀਂ ਜੀ। ਇਹਦੇ ਬਾਰੇ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦੇ ਕਿ ਇਸ ਬਿਮਾਰੀ ਦੀ ਦਵਾਈ ਕੋਈ ਹੈ ਨਹੀਂ। ਬਿਲਕੁਲ ਜੀ। ਇਹ ਇੱਕ ਕਿਸਮ ਦੀ, ਮਤਲਬ ਆਪਾਂ ਇਹਨੂੰ ਫਲੂ ਟਾਈਪ ਬਿਮਾਰੀ ਕਹਿ ਦਿੰਦੇ ਹਾਂ। ਜਿਹੜੀ ਨਵੀਂ ਰਿਸਰਚ ਆਈ ਹੈ ਉਹ ਕਹਿੰਦੇ ਕਿ ਇਹ ਬਿਮਾਰੀ ਇਸ ਕਿਸਮ ਦੀ, ਜਿਹੜੇ ਮਾਹਰ ਹੈ, ਕਿ ਸ਼ਾਇਦ ਪਰਮਾਨੈਂਟ ਹੀ ਰਹਿ ਜੀ। ਹਰ ਸਾਲ ਜਿਵੇਂ ਮੌਸਮ ਤਬਦੀਲ ਹੁੰਦਾ, ਆਪਾਂ ਨੂੰ ਜ਼ੁਕਾਮ ਵਗੈਰਾ ਲੱਗਦਾ, ਉਸ ਕਿਸਮ ਦੇ ਹਾਲਾਤ ਬਣਦੇ ਜਾ ਰਹੇ। ਲੇਕਿਨ ਇਹ ਤੋਂ ਬਚਣ ਦਾ ਇੱਕੋ ਇੱਕ ਇਲਾਜ ਹੈ, ਸੋਸ਼ਲ ਡਿਸਟੈਂਸ, ਇੱਕ ਦੂਜੇ ਤੋਂ ਦੂਰ ਰੱਖਣਾ, ਮਾਸਕ ਪਹਿਨਣਾ, ਤੋਰੇ ਫੇਰੇ ਤੋਂ ਪਰਹੇਜ਼ ਕਰਨਾ, ਜ਼ਿਆਦਾ ਬੰਦਿਆਂ ਦਾ ਇਕੱਠਾ ਹੋਣਾ, ਇਹ ਸਾਰੀਆਂ ਗੱਲਾਂ ਜੀ। ਇਹਦੇ ਵਾਸਤੇ ਸਰਕਾਰਾਂ ਗਾਹੇ ਵਗਾਹੇ ਹਦਾਇਤਾਂ ਜਾਰੀ ਕਰਦੀਆਂ, ਲੇਕਿਨ ਉਹ ਹਦਾਇਤਾਂ ਜਿਹੜੀਆਂ ਹੈਗੀਆਂ, ਹਦਾਇਤਾਂ ਲੋਕਾਂ ਵਾਸਤੇ ਹੈ ਜੀ, ਸਰਕਾਰਾਂ ਵਾਸਤੇ ਜਾਂ ਪੋਲੀਟੀਕਲ ਬੰਦਿਆਂ ਵਾਸਤੇ ਬਿਲਕੁਲ ਨਹੀਂ। ਉਹਦੇ ਤੇ ਉਹ ਅਮਲ ਨਹੀਂ ਕਰਦੇ ਜੀ। ਤੁਸੀਂ ਇਹ ਦੇਖੋ ਕਿ 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਜਦੋਂ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਦੇ ਹੈ, ਵਰਚੁਅਲ ਮੀਟਿੰਗ ਕਰਦੇ ਹੈ, ਉਸ ਮੀਟਿੰਗ ਦੇ ਵਿੱਚ ਉਹ ਸਟ੍ਰੈਸ ਕਰਦੇ ਆ 2 ਗਜ ਕੀ ਦੂਰੀ, ਮਾਸਕ ਪਹਿਨੋ, ਗਮਛਾ ਪਹਿਨੋ ਵਗੈਰਾ, ਸਾਰਾ ਉਹ ਮਤਲਬ ਜਿਹੜੇ ਹੈਗੇ ਆਪਾਂ ਕਹਾਂਗੇ ਵਿਖਿਆਨ ਕਰਦੇ ਆ, ਜਿਵੇਂ ਪ੍ਰਵਚਨ ਕਰਦੇ ਆ, ਜਿਵੇਂ ਸਾਧੂ ਸੰਤ ਪ੍ਰਵਚਨ ਕਰਦੇ ਹੁੰਦੇ ਆ, ਬਿਲਕੁਲ ਉਸੇ ਤਰ੍ਹਾਂ ਪ੍ਰਵਚਨ ਕਰ ਰਹੇ। ਲੇਕਿਨ 2 ਦਿਨਾਂ ਬਾਅਦ ਉਹੀ ਪ੍ਰਧਾਨ ਮੰਤਰੀ ਸਾਹਿਬ ਕਿੱਥੇ ਜਾਂਦੇ ਆ ਜੀ? ਬੰਗਾਲ ਦੇ ਵਿੱਚ। ਉੱਥੇ ਜਾ ਕੇ ਉਹ ਰੈਲੀਆਂ ਨੂੰ ਐਡਰੈਸ ਕਰਦੇ। ਰੈਲੀਆਂ ਦੇ ਵਿੱਚ ਜਿਨ੍ਹਾਂ ਰੈਲੀਆਂ ਨੂੰ ਐਡਰੈਸ ਕਰਦੇ ਆ, ਉਹਨਾਂ ਦੇ ਆਪਣੇ ਮਾਸਕ ਜ਼ਰੂਰ ਲੱਗਿਆ ਹੋਇਆ, ਲੇਕਿਨ ਜਿਹੜੀ ਸਾਹਮਣੇ ਜਨਤਾ ਬਿਠਾਈ ਹੈ ਉਹਨਾਂ ਦੇ ਕਿਸੇ ਦੇ ਕੋਈ ਮਾਸਕ ਨਹੀਂ। ਮਤਲਬ ਇਹ ਕਿ ਜਿਹੜੇ ਸਾਡੇ ਸਿਆਸਤਦਾਨ ਹੈ, ਉਹਨਾਂ ਨੂੰ ਲੋਕਾਂ ਦੇ ਨਾਲੋਂ, ਆਪਣੇ ਦੇਸ਼ ਦੇ ਨਾਗਰਿਕਾਂ ਦੇ ਨਾਲੋਂ ਸਿਰਫ ਤੇ ਸਿਰਫ ਸੱਤਾ ਪਿਆਰੀ ਹੈ, ਤੇ ਸੱਤਾ ਦੀ ਖਾਤਰ ਉਹ ਕਿਤੇ ਤੱਕ ਵੀ ਜਾ ਸਕਦੇ ਹੈ। ਇਹ ਗੱਲ ਕੱਲੀ ਪ੍ਰਧਾਨ ਮੰਤਰੀ ਤੇ ਲਾਗੂ ਨਹੀਂ ਹੁੰਦੀ। ਜੇ ਅਸੀਂ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਦੇਖੀਏ ਤਾਂ ਤੁਸੀਂ ਦੇਖੋ, ਬੰਗਾਲ ਦੇ ਵਿੱਚ ਮਮਤਾ ਬੈਨਰਜੀ ਵੀ ਰੈਲੀਆਂ ਕਰ ਰਹੀ ਹੈ, ਉੱਥੇ ਕਾਂਗਰਸ ਪਾਰਟੀ ਵਾਲੇ ਵੀ ਕਰ ਰਹੇ ਹੈ, ਉੱਥੇ ਖੱਬੇ ਪੱਖੀ ਪਾਰਟੀਆਂ ਵੀ ਕਰ ਰਹੀਆਂ। ਇਹ ਸਾਰੇ ਦੇ ਸਾਰੇ ਲੋਕ ਜਿਹੜੇ ਹੈਗੇ ਕਿਸੇ ਕਿਸਮ ਦੀ ਪਰਵਾਹ ਨਹੀਂ ਕਰਦੇ। ਲੋਕਾਂ ਨੂੰ ਜਿਹੜੇ ਹੈਗੇ ਜ਼ਰੂਰ ਪ੍ਰਵਚਨ ਦਿੰਦੇ ਆ ਕਿ ਜੀ ਤੁਸੀਂ ਇਸ ਤਰ੍ਹਾਂ ਕਰੋ ਤੇ ਇਸ ਤਰ੍ਹਾਂ ਕਰੋ। ਹੁਣ ਤੁਸੀਂ ਦੇਖੋ ਕਿ 2 ਦਿਨ ਪਹਿਲਾਂ ਸਾਡੇ ਮੋਗੇ ਦੇ ਵਿੱਚ ਇੱਕ ਰੈਲੀ ਹੋਈ ਹੈ, ਅਰਵਿੰਦ ਕੇਜਰੀਵਾਲ ਸਾਹਿਬ ਆਏ। ਅਰਵਿੰਦ ਕੇਜਰੀਵਾਲ ਦੀ ਗੱਲ ਵੀ ਉਹੀ ਹੈ, ਜੇ ਦਿੱਲੀ ਦੇ ਵਿੱਚ ਕੋਈ ਬੰਦਾ ਬਗੈਰ ਮਾਸਕ ਤੋਂ ਮਿਲ ਜਾਂਦਾ ਹੈ ਤਾਂ ਉਹਨੂੰ 2000 ਰੁਪਇਆ ਜੁਰਮਾਨਾ, ਲੇਕਿਨ ਪੰਜਾਬ ਦੇ ਵਿੱਚ ਵੱਡਾ ਇਕੱਠ ਕੀਤਾ ਜਾਂਦਾ ਹੈ, ਉਹਦੀ ਕੋਈ ਪਰਵਾਹ ਨਹੀਂ ਕੀਤੀ ਜਾਂਦੀ। ਫਿਰ ਦੂਸ਼ਣਬਾਜ਼ੀ ਸ਼ੁਰੂ ਹੁੰਦੀ ਹੈ। ਕਾਂਗਰਸ ਪਾਰਟੀ ਵਾਲੇ ਉਹਨਾਂ ਤੇ ਇਲਜ਼ਾਮ ਲਾਉਂਦੇ ਕਿ ਸਾਡੀ ਸਰਕਾਰ ਹੈ ਜੀ, ਇੱਥੇ ਹਾਲਾਤ ਖਰਾਬ ਕਰਦੇ, ਔਰ ਨਾਲ ਦੀ ਨਾਲ ਹੀ ਉਹ ਕਾਂਗਰਸ ਪਾਰਟੀ ਤੇ ਇਲਜ਼ਾਮ ਲਾਉਂਦੇ। ਭਗਵੰਤ ਸਿੰਘ ਮਾਨ ਕਹਿੰਦਾ ਹੈ ਕਿ ਜੇ ਬੰਗਾਲ ਦੇ ਵਿੱਚ ਕਾਂਗਰਸ ਪਾਰਟੀ ਆਪਣੀਆਂ ਰੈਲੀਆਂ ਬੰਦ ਕਰ ਦੇਵੇ, ਆਪਣੇ ਇਕੱਠ ਬੰਦ ਕਰ ਦੇਵੇ, ਤਾਂ ਅਸੀਂ ਵੀ ਨਹੀਂ ਕਰਾਂਗੇ। ਰਾਜਕੁਮਾਰ ਵੇਰਕਾ ਜਿਹੜਾ ਹੈਗਾ, ਉਹ ਕਹਿੰਦਾ ਜੀ ਜਮਾਈ ਸਾਡੀ ਤਬਾਹੀ ਕਰਤੀ ਇਹਨਾਂ ਨੇ, ਤਾਂ ਪੰਜਾਬ ਨੂੰ ਡੋਬ ਰਹੇ ਹੈ। ਸੁਨੀਲ ਜਾਖੜ ਵੀ ਇਸੇ ਤਰ੍ਹਾਂ ਇਲਜ਼ਾਮ ਲਾ ਰਹੇ। ਲੇਕਿਨ ਕੁਲਤਾਰ ਸਿੰਘ ਸੰਧਮਾ ਜਿਹੜੇ ਇਹਨਾਂ ਦੇ MLA ਹੈ, ਫਿਰ ਉਹਨਾਂ ਦਾ ਕਾਊਂਟਰ ਜਿਹੜਾ ਹੈਗਾ, ਦੂਸ਼ਣਬਾਜ਼ੀ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਉਹ ਕਹਿੰਦੇ ਜੀ ਜਾਖੜ ਹੋਰੀ ਤਾਂ ਜਿਹੜੇ ਹੈਗੇ ਐ ਲੱਗਦੇ ਆ ਅਮੀਰ ਬੰਦੇ, ਇਹਨਾਂ ਨੂੰ ਗਰੀਬਾਂ ਬਾਰੇ ਪਤਾ ਹੀ ਨਹੀਂ।
गरीबां ने तो जाके अपनी जी है जी नौकरी अपनी दिहाड़ी करनी है, मजदूरी करनी है, वो रोटी कितों कमाउण, कितों खाण। बार बार इस गल का भी जिक्र किया जाता है कि जी किसान बैठे लखां की तादाद दे विच, किसानां नूं कोरोना क्यों नहीं हुंदा? असीं भी कहने हाँ ठीक है, क्योंकि जिहड़े मेहनत करने वाले लोग है, जिहड़े मुशक्कती लोग है, उन्हां दा इम्यून सिस्टम दूजिआं दे मुकाबलतन किते मजबूत है जी। लेकिन किसान संघर्ष दे जिहड़े हैगे एक वड्डे थंम जोगिंदर सिंह उगराहां जिहड़े बीकेयू एकता उगराहां दे प्रधान है, उन्हां दी हालत है कि वो इधर आए सी मीटिंगां करवाउण वास्ते मालवे दे इलाकिਆਂ 'ਚ। मीटिंगां करवाउण दौरान उन्हां नूं जुकाम होया, थोड़ी जी खंघ दी शिकायत आई, ਜਦੋਂ ਚੈੱਕਅਪ ਕਰਵਾਇਆ ਉਹਨਾਂ ਨੇ ਸੈਂਪਲ ਲੈ ਲਿਆ, ਸੈਂਪਲ ਦੇ ਵਿੱਚੋਂ ਪੋਜ਼ਿਟਿਵ ਆ ਗਈ ਔਰ ਉਹਨਾਂ ਨੂੰ ਬਠਿੰਡਾ ਦੇ ਇੱਕ ਹਸਪਤਾਲ ਦੇ ਵਿੱਚ ਦਾਖਲ ਕੀਤਾ ਗਿਆ। ਚਲੋ ਬੰਦਾ ਦਲੇਰ ਹੈ, ਲੜਨ ਮਰਨ ਦੀ ਉਸ ਬੰਦੇ ਦੇ ਵਿੱਚ ਇੱਛਾ ਹੈਗੀ ਹੈ, ਲੋਕਾਂ ਨੂੰ ਦੇ ਕਾਜ ਨੂੰ ਸਮਰਪਿਤ ਹੈ। ਉਹਨੇ ਹਸਪੀਟਲ ਦੇ ਵਿੱਚੋਂ ਆਪਣੀ ਵੀਡੀਓ ਪਾਈ ਕਿ ਮੈਂ ਤੰਦਰੁਸਤ ਹੋ ਰਿਹਾ, ਬੇਫਿਕਰ ਰਹੋ, ਜਲਦੀ ਹੀ ਮੈਦਾਨ ਦੇ ਵਿੱਚ ਆਊਂਗਾ। ਔਰ ਤੁਸੀਂ ਦੇਖੋ ਕਿ ਰਿਕਵਰੀ ਕਿੰਨੀ ਵੱਡੀ ਹੈ, 72 ਤੇ 73 ਸਾਲ ਦਾ ਬਜ਼ੁਰਗ ਹੈ, ਉਹਦੀ ਰਿਕਵਰੀ ਜਿਹੜੀ ਹੈਗੀ ਕਿੰਨੀ ਤੇਜ਼ੀ ਨਾਲ ਹੋਈ ਕਿ ਕੱਲ ਉਸ ਬੰਦੇ ਨੂੰ ਛੁੱਟੀ ਵੀ ਮਿਲ ਗਈ। ਮਤਲਬ ਇਹ ਤੁਸੀਂ ਹੁਣੇ ਦੇਖੋ ਕਿ ਇਹ ਅਸਲ ਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਮਾਮਲਾ ਹੈ, ਇਹ ਠੀਕ ਹੈ, ਅਸੀਂ ਵੀ ਇਸ ਗੱਲ ਦੇ ਮੁਦਈ ਆਪਾਂ ਵੀ ਸੰਘਰਸ਼ਾਂ ਦੇ ਹੱਕ ਵਿੱਚ ਆ ਕਿ ਆਪਣੀ ਮਿਹਨਤ ਨੂੰ, ਮੁਸ਼ੱਕਤ ਨੂੰ, ਆਪਣੀ ਜਾਇਦਾਦ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਸੰਘਰਸ਼ ਕਰਨਾ ਚਾਹੀਦਾ ਹੈ। ਲੇਕਿਨ ਸਰਕਾਰਾਂ ਨੂੰ ਛੱਡ ਦਈਏ, ਤੁਸੀਂ ਮੋਦੀ ਸਰਕਾਰ ਨੂੰ ਛੱਡ ਦਿਓ, ਤੁਸੀਂ ਮਮਤਾ ਬੈਨਰਜੀ ਦੀ ਸਰਕਾਰ ਨੂੰ ਛੱਡ ਦਿਓ, WHO ਦੀਆਂ ਜਿਹੜੀਆਂ ਹਦਾਇਤਾਂ ਹੈ ਉਹਨਾਂ ਦੀ ਤਾਂ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ। ਕੁਛ ਲੋਕ ਹੁਣ ਇੱਥੇ ਪ੍ਰਚਾਰ ਪ੍ਰਸਾਰ ਦੂਜਾ ਕਰ ਰਹੇ, ਸੋਸ਼ਲ ਮੀਡੀਆ ਦੇ ਬੜੀਆਂ ਪੋਸਟਾਂ ਘੁੰਮ ਰਹੀਆਂ ਕਿ ਜੀ ਇਟਲੀ ਦੇ ਡਾਕਟਰਾਂ ਨੇ ਇੱਕ ਮੁਰਦੇ ਦਾ ਪੋਸਟਮਾਰਟਮ ਕੀਤਾ ਹੈ WHO ਦੀਆਂ ਹਦਾਇਤਾਂ ਦੇ ਉਲਟ, ਔਰ ਉਸ ਪੋਸਟਮਾਰਟਮ ਦੇ ਰਾਹੀਂ ਉਹ ਇਸ ਨਤੀਜੇ ਦੇ ਉੱਤੇ ਪਹੁੰਚੇ ਕਿ ਵਾਇਰਸ ਨਾਂ ਦੀ ਕੋਈ ਚੀਜ਼ ਹੀ ਹੈ ਨਹੀਂ ਗੀ। ਬਹੁਤ ਸਾਰੇ ਲੋਕ ਇਹ ਕਹਿੰਦੇ ਜੀ ਇਹ ਬਿਮਾਰੀ ਜਿਹੜੀ ਹੈਗੀ ਹੈ, ਇਹ ਬਿਮਾਰੀ ਨੂੰ ਜਾਣ ਬੁੱਝ ਕੇ ਵਧਾ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਪਹਿਲਾਂ ਵੀ ਮਰਦੇ ਸੀ ਤੇ ਹੁਣ ਵੀ ਮਰ ਰਹੇ ਹੈ। ਇਹ ਬਿਮਾਰੀ ਤਾਂ ਅਸਲ ਦੇ ਵਿੱਚ ਬਹੁਰਾਸ਼ਟਰੀ ਕੰਪਨੀਆਂ ਜਾਂ ਕਾਰਪੋਰੇਟ ਘਰਾਣੇ ਆ ਜਿਹੜੇ, ਉਹਨਾਂ ਦਾ ਜਿਹੜਾ ਹੈਗਾ ਕਾਰੋਬਾਰ ਚੱਲਦਾ ਰੱਖਣ ਵਾਸਤੇ ਇੱਕ ਕਿਸਮ ਦੀ ਕ੍ਰੀਏਟ ਕੀਤੀ ਗਈ ਹੈ ਬਿਮਾਰੀ, ਹੈ ਹੀ ਨਹੀਂ। ਇਹ ਵਗੈਰਾ ਵਗੈਰਾ ਸਾਰੀਆਂ ਗੱਲਾਂ ਹੁੰਦੀਆਂ। ਅਸੀਂ ਇਹਨਾਂ ਗੱਲਾਂ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਕਾਰਪੋਰੇਟ ਘਰਾਣਿਆਂ ਨੇ ਤਾਂ ਮੁਨਾਫੇ ਵਾਲੇ ਪਾਸੇ ਜਾਣਾ ਹੀ ਹੁੰਦਾ ਹੈ। ਮੈਂ ਇੱਕ ਕਿਤਾਬ ਦੇਖੀ ਸੀਗੀ ਸਦਮਾ ਸਿਧਾਂਤ, ਉਹ ਸਦਮਾ ਸਿਧਾਂਤ ਕਿਤਾਬ ਦੇ ਵਿੱਚ ਸਿਧਾਂਤ ਦਾ ਜਿਹੜਾ ਜ਼ਿਕਰ ਕੀਤਾ ਗਿਆ ਕਿ ਪਹਿਲਾਂ ਦਹਿਸ਼ਤ ਪੈਦਾ ਕਰੋ ਲੋਕਾਂ ਦੇ ਵਿੱਚ। ਦਹਿਸ਼ਤ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ, ਉਹਦੇ ਵਿੱਚ ਇਸ ਤਰ੍ਹਾਂ ਦੀ ਦਹਿਸ਼ਤ ਵੀ ਹੁੰਦੀ ਹੈ, ਬਿਮਾਰੀ ਦੀ ਦਹਿਸ਼ਤ ਵੀ ਹੈ। ਇਹ ਸਾਰਾ ਚੀਜ਼ ਜਿਹੜਾ ਹੈ, ਜਿਹੜਾ ਇਹ ਕਾਲਾ ਮਾਲਾ ਹੈ, ਇਸ ਕਾਲੇ ਮਾਲੇ ਨੂੰ ਸਮਝਣ ਦੀ ਲੋੜ ਤਾਂ ਬਹੁਤ ਜ਼ਿਆਦਾ ਹੈ। ਪਰ ਵੱਡੀ ਗੱਲ ਇਹ ਹੈ ਕਿ ਸਾਨੂੰ ਬਚਤ ਰੱਖਣੀ ਚਾਹੀਦੀ ਹੈ, ਅਹਿਤਿਆਤ ਰੱਖਣੀ ਚਾਹੀਦੀ ਹੈ। ਦੁਨੀਆ ਦਾ ਮੇਰਾ ਖਿਆਲ ਹੈ ਵੀ ਕੋਈ ਵੀ ਦੇਸ਼ ਨਹੀਂ ਬਚਿਆ ਹੋਣਾ ਜਿੱਥੇ ਵੱਡੀ ਤਾਦਾਦ ਦੇ ਵਿੱਚ ਮਨੁੱਖਤਾ ਦਾ ਨੁਕਸਾਨ ਨਾ ਹੋਇਆ ਹੋਵੇ। ਚਲੋ ਠੀਕ ਹੈ, ਕਈ ਵਾਰੀ ਕੋਈ ਬਿਮਾਰ ਬੰਦਾ ਹੈ, ਬਜ਼ੁਰਗ ਵੱਡਾ ਹੈ, ਵੱਡੀ ਉਮਰ ਹੈ, ਉਹਦੀ ਡੈਥ ਹੋ ਜਾਂਦੀ ਹੈ, ਛੋਟੀ ਉਮਰ ਦੇ ਬੱਚੇ ਦੀ ਹੋ ਜਾਂਦੀ ਹੈ। ਹੁਣ ਤਾਂ ਨੌਜਵਾਨਾਂ ਦੀ ਹਾਲਤ ਤੁਸੀਂ ਦੇਖੋ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਉਹ ਪੋਜ਼ਿਟਿਵ ਆ ਗਈ। ਪੰਜਾਬ ਦੇ ਵਿੱਚ ਅਸੀਂ ਦੇਖੀਏ ਤਾਂ ਵੱਡਾ ਪਰਿਵਾਰ ਹੈ ਬਾਦਲ ਪਰਿਵਾਰ, ਬਾਦਲ ਪਰਿਵਾਰ ਦੇ ਦੋ ਬੰਦੇ ਹੈ, ਮਨਪ੍ਰੀਤ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ। ਮਨਪ੍ਰੀਤ ਸਿੰਘ ਬਾਦਲ ਦਾ ਮੈਂ ਨਾਂ ਇਸ ਕਰਕੇ ਲਿਆ ਕਿ ਹੈ ਭਾਵੇਂ ਛੋਟਾ, ਪਰ ਉਹ ਪੰਜਾਬ ਦਾ ਵਿੱਤ ਮੰਤਰੀ ਹੈ, ਸਰਕਾਰ ਦੇ ਵਿੱਚ ਹੈ। ਉਹ ਬੰਦਾ ਬਜਟ ਪੇਸ਼ ਕਰਦਾ, ਬਜਟ ਪੇਸ਼ ਕਰਨ ਤੋਂ ਬਾਅਦ ਉਹ ਮੀਡੀਆ ਨੂੰ ਮਿਲਦਾ ਹੈ। ਚਿੱਠਾਂ ਦਿੱਤੀਆਂ ਹੋਈਆਂ ਸੀ, ਟੋਕਨ ਦਿੱਤੇ ਹੋਏ ਸੀ ਮੀਡੀਆ ਘਰਾਣੇ ਨੂੰ ਕਿ ਕੱਲਾ ਇੱਕ ਘਰਾਣਾ ਜਾ ਕੇ ਉਹਨੂੰ ਮਿਲੇ ਤਾਂ ਕਿ ਸੋਸ਼ਲ ਡਿਸਟੈਂਸ ਦਾ ਫਰਕ ਰੱਖਿਆ ਜਾਵੇ। ਉਹ ਵੀ ਪੋਜ਼ਿਟਿਵ ਆ ਗਿਆ, ਸੁਖਬੀਰ ਸਿੰਘ ਬਾਦਲ ਵੀ ਪੋਜ਼ਿਟਿਵ ਆ ਗਿਆ। ਸਾਰਾ ਜਿਹੜਾ ਹੈਗਾ ਬਾਦਲ ਪਰਿਵਾਰ ਹੈ ਉਹਨੂੰ ਕਿਸਮ ਦਾ ਕੁਆਰੰਟਾਈਨ ਕੀਤਾ ਹੋਇਆ, ਅਲੱਗ-ਅਲੱਗ ਥਾਵਾਂ ਦੇ ਉੱਤੇ ਬੈਠੇ। ਸੋ ਇਹ ਚੀਜ਼ਾਂ, ਕਿਉਂਕਿ ਅਮੀਰੀ ਗਰੀਬੀ ਦਾ ਸਵਾਲ ਇੱਥੇ ਨਹੀਂ ਹੈਗਾ, ਇੱਥੇ ਤਾਂ ਇਹ ਹੈ ਕਿ ਇੱਕ ਅਲਾਮਤ ਹੈ, ਇੱਕ ਬਿਮਾਰੀ ਹੈ। ਇਸ ਬਿਮਾਰੀ ਤੋਂ ਬਚਣ ਦਾ ਇੱਕੋ ਇੱਕ ਹੱਲ ਹੈ ਕਿ ਸਾਨੂੰ ਅਹਿਤਿਆਤ ਰੱਖਣਾ ਚਾਹੀਦਾ, ਬਚਤ ਰੱਖਣੀ ਚਾਹੀਦੀ ਹੈ। ਜਿੰਨੀ ਅਸੀਂ ਬਚਤ ਰੱਖਾਂਗੇ ਓਨਾ ਹੀ ਇਹ ਤੋਂ ਬਚਾਅ ਹੋ ਸਕਦਾ ਹੈ। ਠੀਕ ਹੈ, ਆਪਾਂ ਆਫ ਦੀ ਏਅਰ ਗੱਲ ਕਰਦੇ ਸੀ, ਤੁਸੀਂ ਕਿਹਾ ਕਿ ਇਲਾਜ ਵਾਸਤੇ ਦਵਾਈ ਨਹੀਂ ਹੈ, ਵੈਕਸੀਨੇਸ਼ਨ ਜਿਹੜੀ ਹੈਗੀ ਹੈ ਉਹ ਸਿਰਫ ਤੇ ਸਿਰਫ ਇਮਿਊਨ ਸਿਸਟਮ ਵਧਾਉਂਦੀ ਹੈ। ਹੁਣ ਜਿਹੜੀ ਸਾਡੇ ਵੈਕਸੀਨ ਆਈ ਹੈ ਉਸ ਵੈਕਸੀਨ ਦੀ ਡਿਮਾਂਡ ਬਹੁਤ ਜ਼ਿਆਦਾ ਵਿਦੇਸ਼ਾਂ ਦੇ ਵਿੱਚ, ਲੇਕਿਨ ਸਾਡੇ ਇੱਥੇ ਪ੍ਰਚਾਰ ਹੋ ਰਿਹਾ ਜੀ ਵੇਖੋ ਵੈਕਸੀਨ ਨਾਲ ਲਵਾਏ ਇਹਦੇ ਨਾਲ ਹੋਰ ਬਿਮਾਰੀਆਂ ਹੋ ਜਾਂਦੀਆਂ। ਕਈ ਜਿਹੜੇ ਹੈਗੇ ਗੂੜ ਗਿਆਨੀ ਉਹ ਕਹਿੰਦੇ ਜੀ ਕਿਡਨੀ ਫੇਲ ਹੋ ਜਾਂਦੀ ਹੈ ਇਹਦੇ ਨਾਲ। ਮੈਨੂੰ ਸਮਝ ਨਹੀਂ ਆਉਂਦੀ ਕਿ ਕਿਸ ਕਿਸਮ ਦਾ ਇਹ ਪ੍ਰਚਾਰ ਕੀਤਾ ਜਾ ਰਿਹਾ। ਜਦੋਂ ਆਪਾਂ ਛੋਟੇ ਹੁੰਦੇ ਸੀ ਉਦੋਂ ਵੀ ਚੰਦੀ ਸਾਹਿਬ ਸਾਡੇ ਮੋਢਿਆਂ ਦੇ ਉੱਤੇ ਲੋਜ਼ੇ ਲੱਗਦੇ ਹੁੰਦੇ ਸੀਗੇ, ਕਈ ਬਿਮਾਰੀਆਂ ਤੋਂ ਉਹਦੀ ਬਚਤ ਹੁੰਦੀ ਸੀ। ਕਿ ਇਹਦੇ ਵਿੱਚ ਤੁਸੀਂ ਵੈਕਸੀਨ ਦੀ ਅਕਸਰ ਉਹਦੀ ਟੈਸਟਿੰਗ ਹੋਈ ਹੈ, WHO ਨੇ ਇਹਨੂੰ ਮਾਨਤਾ ਦਿੱਤੀ ਹੈ, ਵੈਕਸੀਨ ਦੇ ਇੰਜੈਕਸ਼ਨ ਕਰਵਾ ਲੈਣੇ ਚਾਹੀਦੇ, ਕੀ ਮਾੜੀ ਗੱਲ ਹੈ। ਸੋ ਬਚਤ ਹੀ ਹੈ ਜੀ, ਇਹਦਾ ਹੋਰ ਕੋਈ ਹੱਲ ਨਹੀਂ। ਪਰ ਜਿੰਨੀ ਭਿਆਨਕਤਾ ਇਸ ਬਿਮਾਰੀ ਦੀ ਹੈ, ਉਹ ਭਿਆਨਕਤਾ ਨੂੰ ਦੇਖ ਕੇ ਜਦੋਂ ਆਪਾਂ ਭਵਿੱਖ ਬਾਰੇ ਸੋਚਦੇ ਕਲਪਨਾ ਕਰਦੇ ਕਿ ਸਾਡਾ ਭਵਿੱਖ ਅੱਗੇ ਕਿਹੋ ਜਿਹਾ ਹੁੰਦਾ ਹੈ ਤਾਂ ਬਹੁਤ ਖਤਰਨਾਕ ਹੈ ਜੀ। ਤਸਵੀਰ ਬੜੀ ਜਿਹੜੀ ਹੈਗੀ ਹੈ ਭਿਆਨਕ ਹੈ ਜੀ। ਵਾਕਿਆ ਗੱਲ ਸਹੀ ਹੈ। ਚੱਲਦੇ ਜੀ ਆਪਾਂ ਪਹਿਲੀ ਕਾਲ ਤੇ।
ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਚੰਦੀ ਸਾਹਿਬ, ਸਤਿ ਸ੍ਰੀ ਅਕਾਲ ਢਿੱਲੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਿਰਗਾ ਸਾਹਿਬ। ਹਾਂਜੀ ਢਿੱਲੋਂ ਸਾਹਿਬ, ਜਿਸ ਤਰ੍ਹਾਂ ਤੁਸੀਂ ਬਹੁਤ ਵਧੀਆ ਤਰ੍ਹਾਂ ਦੱਸਿਆ ਵੀ ਜਿਹੜੀਆਂ ਹੁਣ ਪੋਲੀਟੀਕਲ ਪਾਰਟੀਆਂ ਰੈਡੀ ਕਰ ਰਹੀਆਂ ਨੇ, ਦੇਖੋ ਉਹਨਾਂ ਦਾ ਕੋਈ ਫਾਲੋ ਕਰਨਾ ਨਹੀਂ ਹੈ। ਜੇ ਸੋਚੋ ਹਰ ਕੋਈ ਪਾਰਟੀ ਇੱਕ ਦੂਜੇ ਬਲੇਮ ਕਰ ਲਵੇ, ਜੋ ਮਰਜ਼ੀ ਕਰ ਲੇ, ਪਰ ਸਭ ਨੂੰ ਵੋਟਾਂ ਹੀ ਦਿਸਦੀਆਂ, ਸੱਤਾ ਦੀ ਕੁਰਸੀ ਦਿਸਦੀ, ਉਸ ਹਿਸਾਬ ਨਾਲ ਉਹਨਾਂ ਨੇ ਕਰਨਾ ਹੀ, ਉਹਨਾਂ ਨੇ ਕੁਝ ਫਾਲੋ ਕਰਨਾ ਹੀ ਨਹੀਂ। ਤੇ ਦੂਜੀ ਜੇ ਗੱਲ ਆਪਾਂ ਜਿਹੜੀ ਤੁਸੀਂ ਕਿਹਾ ਕਾਲਾ ਮਹਿਲਾ ਇਹ ਕਾਰਪੋਰੇਟ ਦਾ, ਉਹਦਾ ਹੈ। ਪਿਛਲੇ ਸਾਲ ਵੀ ਜਦੋਂ ਆਇਆ ਸੀ, ਕਰੋਨਾ ਸ਼ੁਰੂ ਹੋਇਆ ਸੀ, ਮੈਂ ਜੂਨ ਜੁਲਾਈ ਜਦੋਂ ਕਿਹਾ ਸੀ ਵੀ ਹੁਣ ਇਹ ਵੈਕਸੀਨ ਬਣਾਉਣ ਦੇ ਤੁਰ ਪਈਆਂ ਨੇ। ਉਸ ਟਾਈਮ ਸਟਾਰਟਿੰਗ ਤੇ 40-45 ਕੀ ਕੰਪਨੀਆਂ ਸੀ, ਹੁਣ ਅੱਜ ਦੀ ਡੇਟ 150-200 ਦੇ ਉੱਪਰ ਹੀ ਕੰਪਨੀਆਂ ਲੱਗੀਆਂ ਇਸ ਕੰਮ ਦੇ ਵਿੱਚ ਵੈਕਸੀਨ ਬਣਾਉਣ ਦੇ ਉੱਤੇ। ਮੈਂ ਉਸ ਟਾਈਮ ਵੀ ਇਹ ਗੱਲ ਕਹੀ ਸੀ ਵੀ ਕਿਉਂ ਨਹੀਂ ਇਹ ਦਵਾਈ ਕਿਉਂ ਨਹੀਂ ਬਣਾਉਂਦੇ, ਦਵਾਈ ਦੇ ਉੱਪਰ ਕਿਉਂ ਨਹੀਂ ਖੋਜ ਕਰਦੇ ਨੇ। ਜਦੋਂ ਅੱਜ ਜਿਹੜਾ ਵੀ ਬੰਦੇ ਨੂੰ ਹੁੰਦੀ ਹੈ ਪ੍ਰੋਬਲਮ, ਉਹਦੇ ਵਿੱਚ ਦੇਖੋ ਜੀ 95% ਤੋਂ ਲੈ ਕੇ 97% ਤੱਕ ਲੋਕੀ ਠੀਕ ਹੋ ਜਾਂਦੇ ਨੇ ਦਵਾਈ ਦੇ ਨਾਲ। ਜਦੋਂ ਦਵਾਈਆਂ ਨਾਲ 95 ਤੋਂ ਲੈ ਕੇ 97% ਠੀਕ ਹੁੰਦੇ ਨੇ, ਤੇ ਇਹਦਾ ਪੂਰਾ ਤੋੜ ਤਾਂ ਕੱਢੋਗੇ ਨਹੀਂ। ਜੇ ਕੰਪਨੀਆਂ ਇਮਾਨਦਾਰ ਹੋਣ ਵੀ ਦਵਾਈ ਵੱਲ ਚੱਲਣ, ਦਵਾਈ ਦੇ ਉੱਪਰ ਰਿਸਰਚ ਕਰਨ, ਤੇ ਇਹਦੀ ਦਵਾਈ ਵੀ ਨਿਕਲ ਸਕਦੀ ਹੈ। ਪਰ ਕੰਪਨੀਆਂ ਨੇ ਆਪਣਾ ਪ੍ਰੋਫਿਟ ਤਾਂ ਦੇਖਣਾ ਨੇ। ਉਹ ਇਸੇ ਕਰਕੇ ਕਾਰਪੋਰੇਟ ਜਿਹੜਾ ਲੱਗੇ ਹੋਇਆ ਵੈਕਸੀਨ ਦੇ ਉੱਪਰ ਲੱਗਿਆ। ਉਹਨਾਂ ਨੂੰ ਪਤਾ ਇੱਕ ਵਾਰੀ ਵੈਕਸੀਨ ਲੱਗੇਗੀ, ਅਗਲੇ ਸਾਲ ਫੇਰ ਲੱਗੇਗੀ। ਜਿਸ ਤਰ੍ਹਾਂ ਫਲੂ ਸ਼ਾਟ ਹਰ ਸਾਲ ਇੱਥੇ ਸਾਨੂੰ ਲਵਾਉਣਾ ਪੈਂਦਾ ਹੈ, ਤੇ ਉਹੀ ਇਹਨਾਂ ਨੇ ਕਰਨਾ ਵੈਕਸੀਨ ਦਾ। ਵੀ ਵੈਕਸੀਨ ਕੱਢੋਗੇ ਸਾਨੂੰ ਜ਼ਿਆਦਾ ਸੇਲ ਹੋਏਗੀ, ਹਰ ਸਾਲ ਹਰ ਬੰਦਾ ਵੈਕਸੀਨ ਲਵਾਏਗਾ। ਇਹ ਕਾਰਪੋਰੇਟ ਦਾ ਤਾਂ ਲੱਗਦਾ ਕਿਤੇ ਨਾ ਕਿਤੇ ਲੱਗਦਾ ਵੀ ਉਹਨਾਂ ਦਾ ਕੋਈ ਮੰਤਵ ਜਿਹੜਾ ਹੈਗੀ ਟਾਰਗੇਟ ਇਹੀ ਜ਼ਿਆਦਾ ਤੋਂ ਜ਼ਿਆਦਾ ਦਵਾਈਆਂ ਦੀ ਕੰਪਨੀਆਂ ਪਰਫੁੱਲ ਹੋਣ ਤੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਉਹ ਉਹਨਾਂ ਦੇ ਚੱਲਣ। ਮੈਨੂੰ ਤਾਂ ਇਹੀ ਲੱਗਦਾ। ਨਹੀਂ ਤਾਂ ਦਵਾਈ ਇਹ ਕੱਢ ਸਕਦੇ, ਬਣਾ ਸਕਦੇ, ਰਿਸਰਚ ਹੋ ਸਕਦੀ। ਕਿਉਂਕਿ ਜਦੋਂ ਅੱਜ ਵੀ ਤੁਸੀਂ ਦੇਖੋ, ਮੈਨੂੰ 95 ਤੋਂ 97% ਲੋਕ ਠੀਕ ਹੋ ਰਹੇ ਦਵਾਈਆਂ ਦੇ ਨਾਲ ਇਸੇ ਪ੍ਰੋਬਲਮ ਦੇ ਤੋਂ, ਤੇ ਫਿਰ ਪੂਰਾ 100% ਵੀ ਠੀਕ ਹੋ ਹੀ ਸਕਦੇ ਸੀ। ਠੀਕ ਹੈ, ਕੋਈ 1-ਅੱਧਾ% ਰੇਅਰ ਕੇਸ ਹੈ ਜਿਹੜੀ ਜ਼ਿਆਦਾ ਜਿਹਨੂੰ ਜ਼ਿਆਦਾ ਪ੍ਰੋਬਲਮ ਹੋਊਗੀ, ਨਾਲ ਹੋਰ 36 ਹੋਰ ਪ੍ਰੋਬਲਮ ਹੈ, ਉਹ ਬੰਦੇ ਦਾ ਥੋੜਾ ਪ੍ਰੋਬਲਮ ਜ਼ਿਆਦਾ ਮੰਨ ਸਕਦੇ ਨੇ। ਪਰ ਜੇ ਕਾਰਪੋਰੇਟ ਇਮਾਨਦਾਰੀ ਨਾਲ ਚੱਲੇ ਤਾਂ ਕੋਈ ਨਾ ਕੋਈ ਇਹਦਾ ਹੱਲ ਨਿਕਲ ਸਕਦਾ। ਥੈਂਕ ਯੂ ਢਿੱਲੋਂ ਸਾਹਿਬ। ਜੀ ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ, ਜਿੱਦਾਂ ਕਰੋਨਾ ਦੀ ਗੱਲ ਕਰ ਰਹੀ ਹੈ ਤੇ ਵੈਕਸੀਨ ਦੀ ਜਗ੍ਹਾ ਜੇ ਮੈਡੀਸਨ ਬਣੀ ਹੁੰਦੀ ਤਾਂ ਵਾਕਿਆ ਗੱਲ ਸਹੀ ਸੀ ਜੀ। ਨਾ ਬਿਲਕੁਲ ਇਹੀ ਗੱਲ ਹੈ ਨਾ ਜੀ, ਕਿਉਂਕਿ ਅਸਲ 'ਚ ਤੁਸੀਂ ਇਹ ਦੇਖੋ ਗੱਲ ਜਾ ਕਿੱਧਰ ਨੂੰ ਰਹੀ ਹੈ। ਆਪਾਂ ਪਹਿਲਾਂ ਕਿਸਾਨੀ ਮੁੱਦੇ ਤੇ ਵੀ ਗੱਲ ਕਰਦੇ ਹਾਂ ਤੇ ਵਾਰ-ਵਾਰ ਇੱਕ ਐਗਰੀਮੈਂਟ ਦੀ ਗੱਲ ਆਉਂਦੀ ਹੈ ਜਿਹਨੂੰ ਅਸੀਂ ਗੈਟ ਐਗਰੀਮੈਂਟ ਕਹਿ ਦਿੰਦੇ ਹਾਂ ਜੀ। ਗੈਟ ਸਮਝੌਤੇ ਦੇ ਜਰੀਏ ਜਿਹੜੀਆਂ ਸਟੇਟ ਦੀ ਭੂਮਿਕਾ ਹੈ, ਸਰਕਾਰ ਦੀ ਭੂਮਿਕਾ ਘਟਾਈ ਜਾ ਰਹੀ ਹੈ। ਖਾਸ ਕਰਕੇ ਜਿਹਨੂੰ ਅਸੀਂ ਕਹਿੰਦੇ ਹਾਂ ਸੋਸ਼ਲ ਸਰਵਿਸਿਜ਼ ਦੀ ਗੱਲ ਕਰੀਏ, ਜਿੱਥੇ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਲੋਕਾਂ ਨੂੰ ਵਿੱਦਿਆ ਪ੍ਰੋਵਾਈਡ ਕਰੇ, ਉਹ ਲੋਕਾਂ ਦੀ ਸਿਹਤ ਸੰਭਾਲ ਦੀ ਜ਼ਿੰਮੇਵਾਰੀ ਚੁੱਕੇ। ਕੁਝ ਦੇਸ਼ ਹੈ ਜਿਨ੍ਹਾਂ ਦੇਸ਼ਾਂ ਦੇ ਵਿੱਚ ਸਰਕਾਰਾਂ ਜਿਹੜੀਆਂ ਜਾਂ ਉੱਥੋਂ ਦੀ ਹਕੂਮਤ ਹੈ ਜਿਹੜੀ ਉਹ ਲੋਕਾਂ ਦੀ ਸਿਹਤ ਸੰਭਾਲ ਦਾ ਜ਼ਿੰਮਾ ਚੁੱਕਦੀ ਹੈ। ਕੁਝ ਥਾਵਾਂ ਦੇ ਉੱਤੇ ਬੀਮਾ ਕੰਪਨੀਆਂ ਵੀ ਹੈਗੀਆਂ, ਚਲੋ ਉਹ ਵੀ ਆਉਂਦੀਆਂ, ਪੈਸਾ ਤਾਂ ਲੋਕਾਂ ਦੀ ਜੇਬ ਚੋਂ ਨਿਕਲਦਾ ਹੈ। ਲੇਕਿਨ ਇਹ ਇੱਕ ਦੁਨੀਆ ਪੱਧਰ ਦੇ ਉੱਤੇ ਜਿਹੜਾ ਕਾਰਪੋਰੇਟ ਤਾਣਾ ਬਾਣਾ ਬਣਿਆ ਹੋਇਆ ਹੈ, ਉਸ ਤਾਣੇ ਬਾਣੇ ਦੇ ਚੱਲਦਿਆਂ ਸਾਰੇ ਦਾ ਸਾਰਾ ਜਿਹੜਾ ਹੈਗਾ ਪਬਲਿਕ ਸੈਕਟਰ ਦੇ ਵਿੱਚੋਂ ਕੱਢ ਕੇ ਇਹ ਸਾਰੀਆਂ ਸੇਵਾਵਾਂ ਜਿੰਨੀਆਂ ਸਰਵਿਸਿਜ਼ ਆ ਹੈਲਥ ਨਾਲ ਰਿਲੇਟਡ ਆ, ਇਹ ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਜਾ ਰਹੀਆਂ। ਔਰ ਕਾਰਪੋਰੇਟ ਘਰਾਣਿਆਂ ਨੇ ਉਹੀ ਕੰਮ ਕਰਨਾ ਜਿਸ ਕੰਮ ਦੇ ਵਿੱਚ ਉਹਨਾਂ ਨੂੰ ਮੁਨਾਫਾ ਮਿਲਦਾ ਹੋਵੇ। ਤੇ ਮੁਨਾਫਾ ਬਿਲਕੁਲ ਜੋ ਬਿਲਕੁਲ ਸਾਹਿਬ ਨੇ ਗੱਲ ਕਹੀ ਹੈ ਕਿ ਮੁਨਾਫਾ ਸਭ ਤੋਂ ਵਧੀਆ ਰੋਕੂ ਕਾਰਵਾਈ 'ਚ ਮਿਲਦਾ ਹੈ। ਵੈਕਸੀਨੇਸ਼ਨ ਵਾਲੇ ਪਾਸੇ ਹਰੇਕ ਬੰਦਾ ਵੈਕਸੀਨ ਨੂੰ ਭੱਜੂਗਾ, ਲਿਆਓ ਜੀ ਆਪਾਂ ਲਵਾਈਏ। ਇਹ ਇੱਕ ਬਹੁਤ ਵੱਡਾ ਜਿਹੜਾ ਲੁੱਟ ਖਸੁੱਟ ਦਾ ਮਾਮਲਾ ਹੈ। ਅਫਸੋਸ ਇਸ ਗੱਲ ਦਾ ਹੈ ਕਿ ਦੁਨੀਆ ਦੀਆਂ ਬਹੁਤ ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਵੀ ਹੈਗੀਆਂ, ਸਾਰਾ ਕੁਛ ਹੈਗਾ, ਉਹ ਵੀ ਉਸੇ ਢਾਂਚੇ ਦੇ ਵਿੱਚ, ਜਿਵੇਂ ਕਹਿੰਦੇ ਹੁੰਦੇ ਵੀ ਨਮਕ ਦੇ ਢੇਰ ਦੇ ਵਿੱਚ ਡਿੱਗ ਕੇ ਬੰਦਾ ਤੇ ਨਮਕ ਹੀ ਬਣ ਜਾਂਦਾ ਹੈ, ਉਹ ਵੀ ਨਮਕ ਦਾ ਹੀ ਹਿੱਸਾ ਬਣ ਰਹੀਆਂ। ਅਫਸੋਸ ਇਸ ਗੱਲ ਦਾ ਕਿ ਜਿਹੜੇ ਸੁਚੇਤ ਲੋਕ ਹੈ, ਵਿਦਵਾਨ ਹੈ, ਉਹਨਾਂ ਦੇ ਵਿੱਚੋਂ ਬਹੁਤ ਘੱਟ ਗਿਣਤੀ ਹੈ ਜਿਹੜੇ ਇਸ ਖਤਰੇ ਨੂੰ ਦੇਖਦੇ, ਖਤਰੇ ਨੂੰ ਭਾਪੇ ਨਹੀਂ ਜਾ ਰਿਹਾ ਕਿ ਇੱਕ ਜਿਹੜਾ ਹੈਗਾ ਕਾਰਪੋਰੇਟ ਸੈਕਟਰ ਸਾਰੀ ਦੁਨੀਆ ਨੂੰ ਉਹਨੇ ਆਪਣੇ ਤੰਦੂਆ ਜਾਲ ਦੇ ਵਿੱਚ ਲਿਆ ਹੋਇਆ ਹੈ। ਇਸ ਤੰਦੂਏ ਜਾਲ ਤੋਂ ਛੁਟਕਾਰਾ ਕਿਵੇਂ ਪਾਇਆ ਜਾਵੇ, ਇਹਦੇ ਬਾਰੇ ਵਿੱਚ ਕੋਈ ਕਿਸੇ ਕਿਸਮ ਦਾ ਵਿਚਾਰ ਵਟਾਂਦਰਾ ਨਹੀਂ ਹੁੰਦਾ, ਜਿਹੜਾ ਬਹੁਤ ਚਿੰਤਾਜਨਕ ਹੈ ਔਰ ਇਹ ਮਨੁੱਖਤਾ ਲਈ ਬੇਹੱਦ ਜੀ। ਵਾਕਿਆ ਗੱਲ ਸਹੀ ਹੈ ਜੀ, ਮਨੁੱਖਤਾ ਲਈ ਬੇਹੱਦ ਘੱਟ ਗਿਆ। ਮੁੰਬਈ ਦੇ ਸਾਬਕਾ ਕਮਿਸ਼ਨਰ ਪਰਮਜੀਤ ਸਿੰਘ ਨੇ ਆਪਣੀ ਬਦਲੀ ਦੇ ਹੁਕਮਾਂ ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦੇ ਦਿੱਤੀ ਹੈ ਜੀ। ਬਿਲਕੁਲ ਜੀ, ਪਰਮਵੀਰ ਸਿੰਘ ਬੜਾ ਚਰਚਿਤ ਨਾਂ ਹੈ। ਪਰਮਵੀਰ ਸਿੰਘ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਦੀ ਸਰਕਾਰ ਹੁੰਦੀ ਸੀ ਉਦੋਂ ਵੀ ਮਲਾਈਦਾਰਾ ਉਹਦੇ ਤੇ ਰਿਹਾ ਜੀ। ਫਿਰ ਜਦੋਂ ਹੁਣ ਇਹ ਤਿੰਨ ਪਾਰਟੀਆਂ ਦੀ ਕੋਲੀਸ਼ਨ ਬਣੀ ਵੀ ਹੈ, ਸ਼ਿਵ ਸੈਨਾ, ਕਾਂਗਰਸ, ਐਨਸੀਪੀ, ਉਦੋਂ ਵੀ ਉਹ ਬੰਦਾ ਫੋਰ ਫਰੰਟ ਤੇ ਔਰ ਮੁੰਬਈ ਦਾ ਪੁਲਿਸ ਕਮਿਸ਼ਨਰ ਹੈ। ਉਸ ਬੰਦੇ ਦੀ ਹੁਣ ਇੱਕ ਸ਼ਿਕਾਇਤ ਹੈ ਕਿਉਂਕਿ ਉਹਦਾ ਟ੍ਰਾਂਸਫਰ ਕਰ ਦਿੱਤੀ
ट्रांसफर करके उन्होंने बंबे के पुलिस कमिश्नर तो हटा के उन्होंने ला दिता होमगार्ड का डायरैक्टर जनरल। ये तुहाडे ध्यान चो ना शायद आप बड़े बारी जिक्र भी किया, यूपी दे विच एक रिटायर्ड पुलिस अफसर है जिन्हां दा नाम है प्रकाश सिंह। प्रकाश सिंह होना ने इस गल नूं बहुत गंभीरता दे नाल नोट किया सी कि राजनीतिक लोग जिहड़े पुलिस अफसर है पुलिस अफसरां नूं अपने हथ ठोके बना के रखते हैं। पुलिस अफसर इस करके उन्होंने हथ ठोके बनते हैं क्योंकि पुलिस अफसरां की कोई म्याद नहीं कि वो किसी अहुदे ते कितना समा रहेंगे। इस मुद्दे नूं लैके उन्हें सुप्रीम कोर्ट दे विच एक पटीशन दायर की सी। बड़ा लंबा समा उस पटीशन के उत्ते विचार वटांदरा चलता रहा। अखीर दे विच सुप्रीम कोर्ट ने एक गाइडलाइनस तैयार करके दे दित्तियां सी सारियां ही सूबा सरकारां नूं ते केंद्र सरकार नूं कि जिहड़े कुंजीबत अहुदे है, खास करके जे आपां देखीए थाणे दे SHO तो लैके जिले दा पुलिस कप्तान, सूबे का DGP, इन्हां दी जो तुसीं पोस्टिंग करनी है तो जिस दिन इन्हां दी पोस्टिंग हो जाए, जे इन्हां दे खिलाफ कोई गंभीर अपराध नहीं हैगा, कोई गंभीर ये गलती नहीं करते, जे गंभीर गलती करते तो उन्होंने सजा दी जाए, उन्हां दे खिलाफ केस रजिस्टर किया जाए, उन्होंने फड़ के अंदर बंद किया जाए, उन्होंने सस्पेंड किया जाए, लेकिन उन्हां दी बदली नहीं की जा सकती। समय तो पहला बदली नहीं की जा सकती, ये सुप्रीम कोर्ट दी हदायतां है। लेकिन मैं देखिया आप पंजाब की मिसाल दे लिए, दूजियां स्टेटां दा सानूं पता नहीं पंजाब च की चलदा है। पंजाब दे विच भी जिहड़े साडे MLA है जां जिहड़े हारे हुए MLA रूलिंग पार्टी दे जिन्हां नूं हलका इंचार्ज कहंदे है, बहुते लोग तां पिंडां चों ये कहण लगे कि हलका इंचार्ज नहीं है, हलके हुए इंचार्ज है, हलके हुए ते पैसा इकट्ठा कर रहे हैं। वो सरकारी दरबारे जिहड़ा अपना प्रभाव आ उहनूं इस्तेमाल करके जिहड़ा, क्योंकि विधान सभा लैवल दे उत्ते DSP की पोस्ट बनाती, DSP भी अपना लवाउंदे, SHO भी अपना लवाउंदे। जिन्नी देर तक वो हाकमां दी मुट्ठी बंद करते गर्म करते रहंदे उन्नी देर तक तो वो लगे रहंदे, जे थोड़ी जी चूं चरक करते तो फिर उन्हां दी ट्रांसफर हो जाती है। और बड़ा अजीब इतफाक तुसीं देखो, एक तरीका बड़ा कढ़िया हुआ है कि जिस SHO दी अजे 2 साल दी उहदी बदली नहीं, अपना समा पूरा नहीं होया हुंदा ते उहदी बदली कर दित्ती जांदी है, ਉਹਦੇ ਤੋਂ SSP ਨੂੰ ਬੁਲਾਉਂਦਾ ਤੇ ਬੁਲਾ ਕੇ ਉਹ ਤੋਂ ਲਿਖਵਾ ਲੈਂਦਾ ਕਿ ਮੈਨੂੰ ਟ੍ਰਾਂਸਫਰ ਕੀਤਾ ਜਾਵੇ, ਮੇਰੀ ਇੱਛਾ, ਮੈਂ ਇਸ ਥਾਂ ਤੇ ਨਹੀਂ ਰਹਿਣਾ ਚਾਹੁੰਦਾ ਜੀ। ਇੱਛਾ ਤਾਂ ਆਪਾਂ ਨੂੰ ਪਤਾ ਹੀ ਹੈ ਕਿਹਦੀ ਇੱਛਾ ਹੁੰਦੀ, ਕੌਣ ਮਲਾਈਦਾਰ ਉਹਦਾ ਛੱਡਦਾ ਹੈ, ਲੇਕਿਨ ਉਹ ਤੋਂ ਲਿਖਵਾਇਆ ਜਾਂਦਾ ਤਾਂ ਕਿ ਅਗਲੇ ਵਾਸਤੇ ਰਾਹ ਪੱਧਰਾ ਕੀਤਾ ਜਾਵੇ ਤੇ ਉਹ ਰਾਹ ਪੱਧਰਾ ਕੀਤਾ ਜਾਂਦਾ ਜੀ। ਇਹ ਜੇ ਪੰਜਾਬ ਦੀ ਸਥਿਤੀ ਹੈ ਤੇ ਦੂਜੇ ਸੂਬਿਆਂ ਦੀ ਵੀ ਹੋਣੀ। ਪੰਜਾਬ ਦੇ ਵਿੱਚ ਤੁਸੀਂ ਦੇਖਿਆ ਹੁਣ ਪਿੱਛੇ ਬੜੀ ਲੜਾਈ ਚੱਲੀ ਹੈ ਵੱਡੇ ਸੀਨੀਅਰ ਅਫਸਰਾਂ ਦੀ। ਇਹ ਗੱਲ ਕਹੀ ਗਈ ਸੀ ਕਿ ਉਹਨਾਂ ਹਦਾਇਤਾਂ ਦੇ ਵਿੱਚ ਸੁਪਰੀਮ ਕੋਰਟ ਨੇ ਕਹੀ ਸੀ ਕਿ ਜਿਸ ਬੰਦੇ ਨੂੰ DGP ਲਾਉਣਾ ਹੈ, DGP ਅੱਗੇ ਚੀਫ ਮਿਨਿਸਟਰ ਜਾਂ ਸਰਕਾਰ ਆਪਣੀ ਮਰਜ਼ੀ ਦਾ ਲਾ ਦਿੰਦੀ ਸੀ। ਪ੍ਰਕਾਸ਼ ਸਿੰਘ ਵਾਲੇ ਫੈਸਲੇ ਤੋਂ ਬਾਅਦ ਇਹ ਹੋ ਗਿਆ ਸੀ ਕਿ DGP ਵਾਸਤੇ 3 ਜਿਹੜੇ ਸੀਨੀਅਰ ਮੋਸਟ ਅਫਸਰ ਹੈ, ਉਹਨਾਂ ਸੀਨੀਅਰ ਮੋਸਟ ਅਫਸਰਾਂ ਦਾ ਪੈਨਲ ਹੈ ਜਿਹੜਾ ਉਹਦੀ ਲਿਸਟ ਬਣਾ ਕੇ UPSC ਨੂੰ ਭੇਜੀ ਜਾਊਗੀ। ਫਿਰ UPSC ਜਿਹੜੀ ਹੈਗੀ ਉਹਦੇ ਤੇ ਵਿਚਾਰ ਕਰੂਗੀ ਤੇ ਉਸ ਵਿਚਾਰ ਤੋਂ ਬਾਅਦ ਜਿਹੜਾ ਹੈਗਾ ਜਿਹਨੂੰ ਠੀਕ ਸਮਝਣਗੇ ਉਹਦਾ ਨਾਂ ਰਿਕਮੈਂਡ ਕਰ ਦੇਣਗੇ DGP ਉਹ ਲੱਗ। ਲੇਕਿਨ ਪੰਜਾਬ ਦੇ ਵਿੱਚ ਜੋ ਦਿਨਕਰ ਗੁਪਤੇ ਨੂੰ DGP ਲਾਇਆ ਉਸ ਵੇਲੇ ਚਟੋਪਾਧਿਆਏ ਜਿਹੜਾ ਹੈਗਾ ਆਪਣਾ ਮੁਹੰਮਦ ਮੁਸਤਫਾ ਇਹ ਵੀ ਡਿਮਾਂਡ ਕਰਦੇ ਸੀ ਕਿ ਅਸੀਂ ਸੀਨੀਅਰ ਸਾਨੂੰ ਲਾਇਆ ਜਾਵੇ ਔਰ ਇਹ ਮਾਮਲਾ ਸੁਪਰੀਮ ਕੋਰਟ ਤੱਕ ਗਿਆ ਸੀ, ਉੱਥੇ ਲਮਕਦਾ ਸੀ। ਸੇਮ ਪੋਜੀਸ਼ਨ ਹੁਣ ਇਹਦੀ ਆ ਗਈ ਪਰਮਵੀਰ ਦੀ। ਪਰਮਵੀਰ ਦੇ ਕਾਰਨਾਂ ਦੇ ਵਿੱਚ ਆਪਣੀ ਅਗਲੀ ਖਬਰ ਆਪਾਂ ਉੱਥੇ ਜਾਵਾਂਗੇ ਕਿ ਇਹਦੀ ਟ੍ਰਾਂਸਫਰ ਕੀਤੀ ਕਿਉਂਕਿ ਪਰਮਵੀਰ ਦੀ ਟ੍ਰਾਂਸਫਰ ਕਰ ਦਿੱਤੀ, ਲੇਕਿਨ ਇਹਦੇ ਹਾਲੇ 2 ਸਾਲ ਪੂਰੇ ਨਹੀਂ ਸੀ ਹੋਏ। ਕੱਲ ਉਹਨੇ ਸੁਪਰੀਮ ਕੋਰਟ 'ਚ ਇੱਕ ਪਟੀਸ਼ਨ ਦਾਇਰ ਕਰਤੀ। ਉਹਨੇ ਪਟੀਸ਼ਨ ਦਾਇਰ ਕਰਕੇ ਇਹ ਇਲਜ਼ਾਮ ਲਾਇਆ ਕਿ ਜਿਹੜੇ ਉੱਥੇ ਦੇ ਗ੍ਰਹਿ ਮੰਤਰੀ ਹੈ, ਗ੍ਰਹਿ ਮੰਤਰੀ ਨਜਾਇਜ਼ ਢੰਗ ਤਰੀਕਿਆਂ ਦੇ ਨਾਲ ਦੌਲਤ ਇਕੱਠੀ ਕਰ ਰਹੇ ਸੀਗੇ। ਔਰ ਮੈਂ ਇਹਦੇ ਸੰਬੰਧ ਵਿੱਚ ਇੱਕ ਮੁੱਖ ਮੰਤਰੀ ਨੂੰ ਚਿੱਠੀ ਲਿਖ ਦਿੱਤੀ ਸੀ, ਉਹਦੇ ਤੋਂ ਚਿੜ ਕੇ ਤੇ ਮੇਰੀ ਟ੍ਰਾਂਸਫਰ ਕਰ ਦਿੱਤੀ ਗਈ ਹੈ, ਮੇਰੇ ਹਾਲੇ 2 ਸਾਲ ਪੂਰੇ ਨਹੀਂ ਸੀ ਹੋਏ। ਉਹਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਮੇਰੀ ਟ੍ਰਾਂਸਫਰ ਰੱਦ ਕੀਤੀ ਜਾਵੇ। ਨਾ ਸਿਰਫ ਰੱਦ ਕੀਤੀ ਜਾਵੇ, ਉਹਨੇ ਕਿਹਾ ਕਿ ਮੇਰੀ ਜਾਨ ਨੂੰ ਵੀ ਖਤਰਾ, ਮੇਰੀ ਸਿਕਿਉਰਿਟੀ ਦਾ ਪ੍ਰੋਪਰ ਪ੍ਰਬੰਧ ਕੀਤਾ ਜਾਵੇ। ਅਗਲੀ ਗੱਲ ਉਹਨੇ ਕਹੀ ਹੈ ਕਿ ਜਿਹੜੇ ਮੈਂ ਇਲਜ਼ਾਮਾਤ ਲਾਏ ਹੈ ਇਹਨਾਂ ਇਲਜ਼ਾਮਾਂ ਦੀ ਪੜਤਾਲ ਸੁਪਰੀਮ ਕੋਰਟ ਕਿਸੇ ਆਜ਼ਾਦਾਨਾ ਜਿਹੜੀ ਹੈਗੇ ਏਜੰਸੀ ਤੋਂ ਕਰਵਾਵੇ ਤਾਂ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜੀ। ਹੁਣ ਇਹ ਮਾਮਲਾ ਜਿਹੜਾ ਹੈਗਾ ਜੀ ਬੜਾ ਹਾਇਰ ਲੈਵਲ ਦੇ ਉੱਤੇ ਗਰਮਾਇਆ ਹੋਇਆ। ਕੱਲ ਪਾਰਲੀਮੈਂਟ ਦੇ ਵਿੱਚ ਵੀ ਇਹਦੇ ਤੇ ਕਾਫੀ ਰੌਲਾ ਪਿਆ ਕਿਉਂਕਿ ਪਰਮਵੀਰ ਸਿੰਘ ਨੂੰ ਲੈ ਕੇ ਕਿਸੇ ਜ਼ਮਾਨੇ ਦੇ ਵਿੱਚ BJP ਦਾ ਬੜਾ ਹਰਮਨ ਪਿਆਰਾ ਹੁੰਦਾ ਸੀ। ਫਿਰ ਜਦੋਂ ਕਾਂਗਰਸ ਪਾਰਟੀ ਤੇ ਇਹਨਾਂ ਦੀ ਕੋਲੀਸ਼ਨ ਸਰਕਾਰ ਆ ਗਈ, ਉਦੋਂ ਠਾਕਰੇ ਦੀ ਅਗਵਾਈ 'ਚ ਜਿਹੜੀ ਸਰਕਾਰ ਬਣੀ ਹੋਈ ਹੈ, ਇਹਨਾਂ ਨੇ ਉਹਨੂੰ ਮਲਾਈਦਾਰ ਅਹੁਦੇ ਤੇ ਲਾ ਦਿੱਤਾ ਤੇ ਫਿਰ ਲੜਾਈ ਚੱਲ ਪਈ। ਫਿਰ ਉਹ ਇੱਕ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਵੀ ਲਾਉਂਦੇ ਰਹੇ ਹੈ, ਲੇਕਿਨ ਹੁਣ ਉਹ ਸਾਰੇ ਕਹਿੰਦੇ ਜੀ ਇਹ ਬੰਦਾ ਬਹੁਤ ਵਧੀਆ ਹੈ। ਇਹ ਆਪਾਂ ਨੂੰ ਇਹ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਕਿ ਬੜੇ ਲੰਬੇ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ
ਜਿਹੜਾ ਲੁੱਟ ਮਾਰ ਦਾ ਮਾਲ ਹੈ ਉਹ ਲੁੱਟ ਮਾਰ ਦਾ ਮਾਲ ਉਨੀ ਦੇਰ ਪ੍ਰਾਪਤ ਨਹੀਂ ਹੁੰਦਾ ਜਿੰਨੀ ਦੇਰ ਸਿਆਸਤਦਾਨਾਂ ਦਾ, ਖਾਸ ਕਰਕੇ ਹਾਕਮ ਸਿਆਸਤਦਾਨਾਂ ਦਾ ਤੇ ਪੁਲਿਸ ਦਾ ਗੱਠਜੋੜ ਨਾ ਹੋਵੇ। ਕੋਈ ਜ਼ਮਾਨਾ ਹੁੰਦਾ ਸੀ ਜਦੋਂ ਧੜੱਲੇਦਾਰ ਮੁੱਖ ਮੰਤਰੀ ਹੁੰਦੇ ਸੀ, ਉਹ ਪਰਵਾਹ ਨਹੀਂ ਕਰਦੇ ਹੁੰਦੇ ਸੀ ਜੇ ਕੋਈ ਇਲਮ ਕਰਦਾ ਹੁੰਦਾ ਸੀ ਤੇ ਅਫਸਰ ਨੂੰ ਭੜਕਾ ਦਿੰਦੇ ਸੀ। ਹੁਣ ਕਿਉਂਕਿ ਅਫਸਰਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਿਹੜੇ ਸਾਡੀ ਹਾਕਮਾਂ ਦੀ ਜਮਾਤ ਹੈ ਜਾਂ ਜਿਹੜੀ ਸਿਆਸਤਦਾਨਾਂ ਦੀ ਜਮਾਤ ਹੈ ਇਹ ਕਿਸ ਕਿਸਮ ਦੇ ਲੋਕ ਹੈਗੇ, ਉਹ ਜਿਹੜੀ ਫਿਰ ਲੁੱਟਮਾਰ ਹੁੰਦੀ ਹੈ ਜੀ, ਉਸ ਲੁੱਟਮਾਰ ਦੇ ਵਿੱਚੋਂ ਹਿੱਸਾ ਪੱਤੀ ਉਹਨੂੰ ਵੀ ਜਾਂਦਾ ਹੈ। ਆਪਾਂ ਰੇਤੇ ਬਜਰੀ ਦੀ ਗੱਲ ਕਰਦੇ ਹਾਂ, ਆਪਾਂ ਚਿੱਟੇ ਦੀ ਗੱਲ ਕਰਦੇ ਹਾਂ, ਨਸ਼ਿਆਂ ਦੀ ਗੱਲ ਕਰਦੇ ਹਾਂ ਜੀ। ਇਹ ਅਲਾਮਤਾਂ ਜਿਹੜੀਆਂ ਫੈਲੀਆਂ ਹੋਈਆਂ ਇਹ ਇਸੇ ਕਰਕੇ ਫੈਲੀਆਂ ਹੋਈਆਂ ਕਿਉਂਕਿ ਸਰਕਾਰੀ ਮਸ਼ੀਨਰੀ ਹੈ ਜਿਹੜੀ ਉਹ ਠੀਕ ਤਰੀਕੇ ਨਾਲ ਕੰਮ ਨਹੀਂ ਕਰਦੀ। ਸਰਕਾਰੀ ਮਸ਼ੀਨਰੀ ਜਿਹੜੀ ਹੈਗੀ ਹੈ, ਜੋ ਉਹਨਾਂ ਨੂੰ ਜਦੋਂ ਭਰਤੀ ਕੀਤਾ ਜਾਂਦਾ, ਜਿਹੜੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਉਸ ਟ੍ਰੇਨਿੰਗ ਦੇ ਉਲਟ ਜਾਂ ਜਿਹੜੀ ਉਹਨਾਂ ਤੋਂ ਕਸਮ ਖਵਾਈ ਜਾਂਦੀ ਹੈ ਕਿ ਤੁਸੀਂ ਕਹੋ ਕਿ ਅਸੀਂ ਕੰਸਟੀਟਿਊਸ਼ਨ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਚਲਾਂਗੇ, ਉਹ ਕਾਨੂੰਨ ਦੇ ਮੁਤਾਬਕ ਨਹੀਂ ਚੱਲਦੇ, ਉਹ ਚੱਲਦੇ ਆ ਹਾਕਮਾਂ ਦੀ ਇੱਛਾ ਦੇ ਮੁਤਾਬਕ। ਤੇ ਹਾਕਮ ਕੀ ਕਰਦੇ ਆ? ਹਾਕਮ ਇਹ ਕਰਦੇ ਕਿ ਲਿਆਓ ਜੀ ਸਾਨੂੰ ਪੈਸਾ ਦਿਓ। ਅੱਜ ਪੰਜਾਬ ਦੇ ਤੁਸੀਂ ਕਿਸੇ ਵੀ ਹਿੱਸੇ ਦੇ ਵਿੱਚ ਦੇਖ ਲਓ, ਹਰ ਥਾਂ ਦੇ ਉੱਤੇ ਲੁੱਟ ਮੱਚੀ ਹੋਈ ਹੈ। ਔਰ ਜਦੋਂ ਇਸ ਕਿਸਮ ਦੇ ਐਸਐਚਓ ਲਾਏ ਜਿਹੜੇ ਡਿਜ਼ਰਵ ਨਹੀਂ ਕਰਦੇ, ਹਾਈ ਕੋਰਟ, ਸੁਪਰੀਮ ਕੋਰਟ ਦੀਆਂ ਹਦਾਇਤਾਂ ਕਿ ਘੱਟੋ ਘੱਟ ਜਿਹੜਾ ਰੈਗੂਲਰ ਸਬ ਇੰਸਪੈਕਟਰ ਐਸਐਚਓ ਹੋਣਾ ਚਾਹੀਦਾ ਹੈ ਔਰ ਜਿਹੜਾ ਜਾਂ ਇੰਸਪੈਕਟਰ ਲੈਵਲ ਦਾ ਐਸਐਚਓ ਹੋਣਾ ਚਾਹੀਦਾ ਹੈ। ਲੇਕਿਨ ਮੇਰੇ ਕੋਲ ਅਣਗਿਣਤ ਮਿਸਾਲਾਂ ਪਈਆਂ ਕਿ ਏਐਸਆਈ ਲੈਵਲ ਦਾ ਬੰਦਾ ਹੈ, ਉਹਨੂੰ ਅਡਹਾਕ ਤਰੱਕੀ ਦੇ ਕੇ ਸਬ ਇੰਸਪੈਕਟਰ ਬਣਾ ਦਿੰਦੇ, ਅਡਹਾਕ ਤਰੱਕੀ ਦੇ ਕੇ ਉਹਨੂੰ ਸਬ ਇੰਸਪੈਕਟਰ ਬਣਾ ਦਿੰਦੇ ਔਰ ਫਿਰ ਉਹਨੂੰ ਥਾਣੇ ਦੇ ਵਿੱਚ ਐਸਐਚਓ ਲਾਉਂਦੇ ਹੈ। ਐਨਡੀਪੀਐਸ ਐਕਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਨਸ਼ਾ ਰੋਕਣ ਵਾਲਾ ਐਕਟ ਹੈ, ਨਸ਼ਾ ਰੋਕਣ ਵਾਲੇ ਐਕਟ ਦੇ ਮੁਕੱਦਮੇ ਜਿਹੜੇ ਬਹੁਤ ਸਾਰੇ ਦਰਜ ਹੁੰਦੇ ਹੈ, ਉਹ ਮੁਕੱਦਮੇ ਬਰੀ ਹੋ ਰਹੇ ਹੈ। ਹੁਣ ਜਿਹੜੀ ਹੈਗੀ ਕੁਝ ਪੱਤਰਕਾਰਾਂ ਨੇ ਇਹਦੇ ਤੇ ਖੋਜ ਕੀਤੀ, ਕੁਝ ਪੁਲਿਸ ਅਫਸਰਾਂ ਨੇ ਵੀ ਇਹਦੇ ਤੇ ਰਿਸਰਚ ਕੀਤੀ ਹੈ। ਉਹਦੇ ਚੋਂ ਇਹ ਗੱਲ ਆਉਂਦੀ ਹੈ ਕਿ ਜਿਹੜਾ ਕੱਚਾ ਇੰਸਪੈਕਟਰ ਜਾਂ ਕੱਚਾ ਸਬ ਇੰਸਪੈਕਟਰ ਹੈ, ਜਿਹਨੂੰ ਅਸੀਂ ਅਡਹਾਕ ਵਾਲਾ ਕਹਿ ਦਿੰਦੇ ਹਾਂ, ORP ਰੈਂਕ ਦਿੰਦੇ ਹਾਂ, ਔਨ ਰੈਂਕ ਐਂਡ ਪੇ, ਪੁਰਾਣੀ ਜਿਹੜੀ ਹੈਗੀ ਹੈ ਉਹਦੇ ਤੇ ਜਿਹੜਾ ਨੂੰ ਰੱਖਿਆ ਜਾਂਦਾ ਹੈ, ਉਹ ਕੇਸ ਹੀ ਰਜਿਸਟਰ ਨਹੀਂ ਕਰ ਸਕਦਾ। NDPS ਦੇ ਮੁਤਾਬਕ ਕੇਸ ਰਜਿਸਟਰ ਕਰਨਾ ਹੈ ਸਬ ਇੰਸਪੈਕਟਰ ਨੇ, ਰੈਗੂਲਰ ਸਬ ਇੰਸਪੈਕਟਰ ਨੇ ਜਾਂ ਇੰਸਪੈਕਟਰ ਨੇ। ਪਰ ਜੇ ASI ਲੈਵਲ ਦਾ ਬੰਦਾ ਕੇਸ ਰਜਿਸਟਰ ਕਰੂਗਾ ਤਾਂ ਦੂਜੀ ਧਿਰ ਨਾਲ ਦੀ ਨਾਲ ਉਹ ਡਿਫੈਂਸ ਦੇ ਵਿੱਚ ਕਹਿੰਦੇ ਜੀ ਜਿਹਨੇ ਕੇਸ ਰਜਿਸਟਰ ਕੀਤਾ ਸਾਡੇ ਤੇ ਮੁਕੱਦਮਾ ਬਣਾਇਆ, ਇਹ ਮੁਕੱਦਮਾ ਬਣਾਉਣ ਦੇ ਸਮਰੱਥ ਹੀ ਹੈ ਨਹੀਂ, ਇਹ ਤਾਂ ਕਾਬਲ ਹੀ ਨਹੀਂ ਇਹਦੇ ਚ, ਤੇ ਮੁਕੱਦਮੇ ਉਹ ਬਰੀ ਹੋ ਰਹੇ ਆ ਧੜਾਧੜ। ਇਹੀ ਕਾਰਨ ਹੈ ਕਿ ਜਿਹੜਾ ਹੈਗਾ ਪੁਲਿਸ ਜਿਹੜੀ ਹੈਗੀ ਆ ਉਹ ਸਿਆਸਤਦਾਨਾਂ ਦਾ ਸੰਦ ਬਣੀ ਹੋਈ ਹੈ। ਔਰ ਪਰਮਵੀਰ ਸਿੰਘ ਦੀ ਮਿਸਾਲ ਸਾਡੇ ਸਾਹਮਣੇ ਬਿਲਕੁਲ ਠੋਕ ਕੇ ਕਿ ਪਰਮਵੀਰ ਸਿੰਘ ਦਾ ਜੋ ਕੁਛ ਹੋ ਰਿਹਾ ਉਹ ਸੁਪਰੀਮ ਕੋਰਟ ਦੇ ਵਿਹੜੇ ਚਲੀ ਗਈ ਹੈ ਗੱਲ। ਸੁਪਰੀਮ ਕੋਰਟ ਇਹਦੇ ਤੇ ਕੀ ਫੈਸਲਾ ਦਿੰਦੀ ਹੈ, ਉਹਦੀ ਅਰੈਸਟ ਆਪਣੀ ਜਿਹੜੀ ਹੈਗੀ ਸਟੇ ਕਰਦੀ ਹੈ, ਇਨਕੁਆਇਰੀ ਦਾ ਆਰਡਰ ਕਰਦੀ ਹੈ, ਨਹੀਂ ਕਰਨੀ, ਇਹ ਤਾਂ ਭਵਿੱਖ ਤੇ ਨਿਰਭਰ ਹੈ। ਲੇਕਿਨ ਇਸ ਮਾਮਲੇ ਨੇ NCP ਔਰ ਜਿਹੜੀ ਉਧਵ ਠਾਕਰੇ ਦੀ ਸਰਕਾਰ ਹੈ, ਉਹਦੀ ਕਾਂਗਰਸ ਪਾਰਟੀ ਦੀ ਕੋਲੀਸ਼ਨ ਸਰਕਾਰ ਹੈ, ਉਹਦੇ ਲਈ ਇੱਕ ਵੱਡਾ ਸੰਕਟ ਖੜਾ ਕੀਤਾ ਹੋਇਆ ਹੈ ਜੀ। ਹਾਂ ਬਿਲਕੁਲ ਜੀ, ਚੱਲਦੇ ਆਪਾਂ ਨੈਕਸਟ ਕਾਲ ਤੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹੋਰ ਠੀਕ ਠਾਕ? ਹਾਂਜੀ ਹਾਂਜੀ ਬਹੁਤ ਵਧੀਆ, ਤੁਸੀਂ ਸੁਣਾਓ ਜੀ। ਹਾਂਜੀ ਮੈਂ ਕਿਹਾ ਮੈਂ ਤੁਹਾਨੂੰ ਐਂ ਦੱਸਣਾ ਵੀ ਇਸ ਦੇਸ਼ ਦੇ ਵਿੱਚ ਹੁਣ ਕੋਈ ਕਾਨਫਰੰਸ ਜਾਂ ਕੋਈ ਕਰ ਨਹੀਂ ਸਕਦਾ ਉਹ, ਤੇ ਜਿਹੜੀ ਉਹਨਾਂ ਨੇ ਰੈਲੀ ਕੀਤੀ ਆ ਉਸ ਰੈਲੀ ਤੇ ਮੈਨੂੰ 3 ਦਿਨ ਹੋ ਗਏ ਸੁਣਦੀ ਨੂੰ, ਜਿਹੜਾ ਬੋਲਦਾ ਉਹਦੀ ਪ੍ਰਾਪੋਗੰਡਾ, ਜਿਹੜਾ ਬੋਲਦਾ ਉਹਦੀ ਪ੍ਰਾਪੋਗੰਡਾ, ਜਿਹੜਾ ਇਹਨਾਂ ਦੀ ਜ਼ੁਬਾਨ ਸੜ ਜੇ, ਇਹਨਾਂ ਨੂੰ ਐ ਨਹੀਂ ਬਈ ਇਹਨਾਂ ਦੇ ਮੂੰਹ ਦੇ ਵਿੱਚ ਪਾਈਏ ਸੱਤਾ ਚੁੱਲ੍ਹਿਆਂ ਦੀ ਸਵਾਹ। ਕੋਈ ਤਾਂ ਕਹਿ ਦੇਵੇ ਕੋਈ ਚੰਗਾ ਕੰਮ ਕਰਨ ਆਇਆ, ਕੋਈ ਚੰਗੀ ਗੱਲ ਕਰਨ ਆਇਆ, ਕੋਈ ਚੰਗੀ ਗੱਲ ਕਰਦਾ ਜੀ, ਠੀਕ ਆ ਕਿ ਨਹੀਂ? ਕੋਈ ਤਾਂ ਕਹੇ ਪ੍ਰਾਪੋਗੰਡਾ ਹੀ ਸਾਰੇ ਇੱਕ ਦੂਜੇ ਤੇ ਸਾਰੇ ਪ੍ਰਾਪੋਗੰਡਾ ਹੀ ਕਰੀ ਜਾਂਦੇ ਜੀ। ਹਾਂਜੀ ਮੈਂ ਤਾਂ ਸਮਝ ਹੀ ਨਹੀਂ ਆਉਂਦੀ, ਮੈਂ ਤਾਂ ਗੁੱਸਾ ਆਉਂਦਾ, ਮੈਂ ਤਾਂ ਗੋਲੀ ਮਾਰਾ, ਮੇਰਾ ਜੀ ਕਰਦਾ ਨਾ ਮਾਫ ਕਰਨਾ ਭੈਣ ਜੀ, ਚਲੋ ਇਦਾਂ ਦੀ ਸ਼ਬਦਾਵਲੀ ਆਪਾਂ ਆਨ ਏਅਰ ਨਹੀਂ ਵਰਤ ਸਕਦੇ, ਤੁਹਾਡੇ ਵਿਚਾਰ ਆ ਜੀ ਆਪਣੇ। ਧੰਨਵਾਦ ਭੈਣ ਜੀ, ਬਹੁਤ ਬਹੁਤ ਤੁਹਾਡਾ ਜੀ। ਬਿਲਕੁਲ ਢਿੱਲੋਂ ਸਾਹਿਬ ਭੈਣ ਜੀ ਉਹਨਾਂ ਦੇ ਆਪਣੇ ਵਿਚਾਰ ਸੀਗੇ। ਤੁਹਾਨੂੰ ਪਤਾ ਜਜ਼ਬਾਤ ਹੁੰਦੇ ਆ ਜੀ, ਸਿਆਣਾ ਜਦੋਂ ਬੰਦਾ ਬਜ਼ੁਰਗ ਹੁੰਦਾ ਉਹਨੂੰ ਗੁੱਸਾ ਵੀ ਬਹੁਤ ਚੜ੍ਹਦਾ। ਚੱਲਦੇ ਜੀ ਆਪਾਂ ਅਗਲੀ ਖਬਰ ਤੇ। ਕਹਿੰਦੇ ਹਰਿਆਣਾ ਦੇ ਆਪਾਂ ਇਹਦੇ ਨਾਲ ਹੀ ਖਬਰ ਸਾਂਝੀ ਕਰਦੇ ਜੀ, ਮਾਫ ਕਰਨਾ। ਮਹਾਰਾਸ਼ਟਰ 'ਚ ਰਾਸ਼ਟਰਪਤੀ ਰਾਜ ਲਾਗੂ ਕਰਨ ਲਈ IPS ਅਧਿਕਾਰੀ ਪਰਮਜੀਤ ਸਿੰਘ ਦਾ ਕੀਤਾ ਜਾ ਰਿਹਾ ਇਸਤੇਮਾਲ, ਸ਼ਿਵ ਸੈਨਾ ਨੇ ਵੀ ਜਿਹੜਾ ਇਲਜ਼ਾਮ ਲਾ ਦਿੱਤਾ ਜੀ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਅਸਲ ਦੇ ਵਿੱਚ ਇਹ ਮਾਮਲਾ ਕਿੱਥੋਂ ਸ਼ੁਰੂ ਹੁੰਦਾ ਜੀ? ਇਹ ਮਾਮਲਾ ਸ਼ੁਰੂ ਹੁੰਦਾ ਹੈ ਕਿ ਜਿਹੜਾ ਅੰਬਾਨੀ ਹੈ, ਅੰਬਾਨੀ ਦੇ ਘਰ ਦੇ ਕੋਲੇ ਕੁਝ ਹਫ਼ਤੇ ਪਹਿਲਾਂ ਇੱਕ ਗੱਡੀ ਮਿਲਦੀ ਹੈ। ਬਿਲਕੁਲ ਜੀ। ਉਸ ਗੱਡੀ ਦੀ ਤਲਾਸ਼ੀ ਲਈ ਜਾਂਦੀ ਹੈ, ਉਹਦੇ ਵਿੱਚੋਂ ਕਹਿੰਦੇ ਕੁਝ ਛੜਾਂ ਮਿਲਦੀਆਂ ਜਿਹੜੀਆਂ ਵਿਸਫੋਟਕ ਵਾਲੀਆਂ ਸੀ। ਉਹਨਾਂ ਛੜਾਂ ਦੇ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ
ਕਿਉਂਕਿ ਜੇ ਕੋਈ ਐਰਾ ਗੈਰਾ ਨੱਥੂ ਖੈਰਾ ਹੁੰਦਾ ਕਿਸੇ ਗਰੀਬ ਘਰ ਦੇ ਕੋਲੇ ਇਹ ਕੁਛ ਹੋਈ ਹੁੰਦੀ, ਭਾਵੇਂ ਉਹਦੇ ਘਰ ਨੂੰ ਬੰਬਾਂ ਨਾਲ ਉਡਾ ਦਿੰਦੇ, ਕਿਸੇ ਨੇ ਪਰਵਾਹ ਨਹੀਂ ਕਰਨੀ ਸੀ। ਪਰ ਕਿਉਂਕਿ ਅੰਬਾਨੀ ਪਰਿਵਾਰ ਜਿਹੜਾ ਹੈਗਾ ਉਹ ਬਹੁਤ ਪਾਵਰਫੁਲ ਹੈ, ਸਰਕਾਰਾਂ ਦੇ ਨੇੜੇ ਹੈ, ਉਹ ਸੂਬਾਈ ਸਰਕਾਰਾਂ ਦੇ ਨੇੜੇ ਵੀ ਤੇ ਕੇਂਦਰ ਸਰਕਾਰ ਦੇ ਨਾਲ ਵੀ ਉਹਦੀ ਬਹੁਤ ਨੇੜਤਾ ਹੈ। ਇਸ ਲਈ ਉਹਦਾ ਖਾਸ ਖਿਆਲ ਕੀਤਾ ਗਿਆ। ਕਿਧਰੇ ਤਾਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਦੀ ਪੜਤਾਲ ਲਾ ਦਿੱਤੀ ਗਈ, ਕਿਧਰੇ ਤੁਸੀਂ ਦੇਖੋ ਕਿ ਜਿਹੜੀ ਹੈਗੀ ਹੈ ਬੰਬੇ ਦੀ ਪੁਲਿਸ ਉਹ ਲੱਗ ਗਈ, ਸਪੈਸ਼ਲ ਆਪਰੇਸ਼ਨ ਲੱਗ ਗਏ ਕਿ ਕੀ ਕੁਛ ਹੁੰਦਾ ਹੈ। ਫਿਰ ਇੱਕ ਖਬਰ ਆਏਗੀ ਕਿ ਇੱਕ ਬੰਦੇ ਨੂੰ ਇਹ ਜਿਹੜੀ ਉਹ ਗੱਡੀ ਸੀ, ਜਿਸ ਗੱਡੀ ਦੇ ਵਿੱਚ ਛੜਾਂ ਪਈਆਂ ਸੀ, ਇਹ ਕਿਹਾ ਗਿਆ ਕਿ ਜੀ ਉਹ ਗੱਡੀ ਚੋਰੀ ਹੋ ਗਈ ਸੀ ਤੇ ਉਸ ਗੱਡੀ ਦੀ ਬਕਾਇਦਾ ਜਿਹੜੀ ਹੈਗੀ ਹੈ ਸ਼ਿਕਾਇਤ ਹੋਈ ਹੈ ਥਾਣੇ ਦੇ ਵਿੱਚ ਦਰਜ, ਲੇਕਿਨ ਉਹਦਾ ਕੋਈ ਕਿਸੇ ਕਿਸਮ ਦਾ ਨਹੀਂ ਸੀ ਸਬੂਤ ਨਹੀਂ ਮਿਲਿਆ। ਫਿਰ ਆਇਆ ਕਿ ਇੱਕ API ਹੈ, ਇਹ ਹੁਣ API ਦੀ ਪੋਸਟ ਪੰਜਾਬ ਵਿੱਚ ਤਾਂ ਹੁੰਦੀ ਨਹੀਂ, ਮਹਾਰਾਸ਼ਟਰ ਦੇ ਵਿੱਚ ਹੈ। ਇਹਦਾ ਮਤਲਬ ਕੀ ਹੈ? ਅਸਿਸਟੈਂਟ ਪੁਲਿਸ ਇੰਸਪੈਕਟਰ। ਅਸਿਸਟੈਂਟ ਪੁਲਿਸ ਇੰਸਪੈਕਟਰ ਨੂੰ ਜੇ ਆਪਾਂ ਦੇਖੀਏ ਤਾਂ ਆਪਣੇ ਅਸਿਸਟੈਂਟ ਸਬ ਇੰਸਪੈਕਟਰ ਆ ਜਾਂਦੀ ਹੈ। ਵੱਧ ਤੋਂ ਵੱਧ ਅਸਿਸਟੈਂਟ ਪੁਲਿਸ ਇੰਸਪੈਕਟਰ ਹੈ ਜਿਹੜਾ, ਜੇ ਆਪਾਂ ਕਰੀਏ ਵੱਧ ਤੋਂ ਵੱਧ ਜਿਹੜਾ ਇਹਦਾ ਰੁਤਬਾ ਹੈ ਉਹ ਇੱਕ DSP ਤੋਂ ਵੱਧ ਨਹੀਂ ਹੋ ਸਕਦਾ। ਲੇਕਿਨ ਇਸ ਬੰਦੇ ਨੂੰ ਜਿਹੜੀ ਹੈਗੀ ਤੋੜ ਫੋੜ ਵਾਲੀ ਕਾਰਵਾਈ STF ਦਾ ਚੀਫ ਲਾਇਆ ਹੋਇਆ ਹੈ। ਪਹਿਲਾਂ ਇਹ ਬੰਦਾ ਸਸਪੈਂਡ ਰਿਹਾ ਸੀ, 17 ਸਾਲ ਸਸਪੈਂਡ ਰਿਹਾ ਸੀ, ਬਾਅਦ ਦੇ ਵਿੱਚ ਇਹਨੂੰ ਬਹਾਲ ਕਰ ਦਿੱਤਾ ਤੇ ਇਹ ਬੰਦੇ ਨੂੰ ਲਾ ਦਿੱਤਾ। ਇਹਦਾ ਨਾਂ ਜਿਹੜਾ ਹੈਗਾ ਜੀ ਸਚਿਨ ਵਾਜ਼ੇ ਹੈ। ਸਚਿਨ ਵਾਜ਼ੇ ਦੇ ਉੱਤੇ ਸ਼ੱਕ ਪਿਆ, ਇਹਦੇ ਆਲੇ ਦੁਆਲੇ ਥੋੜਾ ਬਹੁਤਾ ਸਕੰਜਾ ਕੱਸਿਆ ਗਿਆ ਤੇ ਜਦੋਂ ਸਕੰਜਾ ਕੱਸਿਆ ਗਿਆ ਉਹ ਤੋਂ ਪਹਿਲਾਂ ਜਿਹੜਾ ਬੰਦਾ ਚੱਕ ਕੇ ਇਹਨਾਂ ਨੇ ਖਤਮ ਕੀਤਾ ਸੀ ਉਹਦਾ ਨਾਂ ਹੈਗਾ ਮਨਮੁਖ ਹੀਰੇਨ, ਜਿਹਦੀ ਉਹ ਗੱਡੀ ਸੀ। ਉਹ ਇੱਕਦਮ ਲਾਪਤਾ ਹੁੰਦਾ ਹੈ। ਲਾਪਤਾ ਹੋਣ ਤੋਂ ਬਾਅਦ ਵੀ ਬੰਦੇ ਨੂੰ ਲੱਭੋ ਤੇ ਫਿਰ ਖਾੜੀ ਦੇ ਵਿੱਚੋਂ ਉਸ ਬੰਦੇ ਦੀ ਡੈਡ ਬੋਡੀ ਮਿਲਦੀ ਹੈ। ਉਹਦੇ ਮੂੰਹ ਦੇ ਵਿੱਚ ਰੁਮਾਲ ਤੁੰਨੇ ਹੋਏ ਸੀ। ਬਾਅਦ ਦੇ ਵਿੱਚ ਜਦੋਂ ਦਾ ਪੋਸਟਮਾਰਟਮ ਕਰਵਾਇਆ ਇਸ ਪੁਸ਼ਟੀ ਹੋ ਗਈ ਕਿ ਉਸ ਬੰਦੇ ਦਾ ਕਤਲ ਕੀਤਾ ਗਿਆ ਸੀ, ਕਤਲ ਕਰਕੇ ਉਹਨੂੰ ਸੁੱਟਿਆ ਗਿਆ ਸੀ। ਕਤਲ ਕਿਹਨੇ ਕੀਤਾ ਹੈ ਇਹ ਮਾਮਲਾ ਜਦੋਂ ਅਗਾਂਹ ਤੁਰਿਆ, ਛੜਾਂ ਕਿਹਨੇ ਰਖਵਾਈਆਂ ਤੇ ਫਿਰ ਇਹ ਪਤਾ ਲੱਗਿਆ ਕਿ ਜਿਹੜੀ ਮਨਮੁਖ ਹੀਰੇਨ ਦੀ ਗੱਡੀ ਸੀ ਸਕਾਰਪੀਓ, ਉਹ ਗੱਡੀ ਐਕਚੁਅਲੀ ਕਾਫੀ ਦਿਨਾਂ ਤੋਂ ਇਹ ਜਿਹੜਾ ਸਚਿਨ ਵਾਜ਼ੇ ਹੈ ਇਹਦੇ ਕਬਜ਼ੇ ਵਿੱਚ ਸੀਗੀ। ਸਚਿਨ ਵਾਜ਼ੇ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਆਪਣੀ ਹਿਰਾਸਤ ਦੇ ਵਿੱਚ ਲਿਆ, ਕਾਫੀ ਪੁੱਛਗਿੱਛ ਕੀਤੀ ਤੇ ਪੁੱਛਗਿੱਛ ਦੇ ਵਿੱਚ ਇਹ ਗੱਲ ਸਾਫ਼ ਹੋ ਗਈ ਕਿ ਜੋ ਕੁਛ ਕੀਤਾ ਕਰਾਇਆ ਉਹ ਉਹਨੇ ਕਰਵਾਇਆ ਸੀ। ਇਹ ਜਦੋਂ ਮਾਮਲਾ ਆ ਗਿਆ ਤੇ ਇਹਦੇ ਤੋਂ ਫਿਰ ਥੋੜੀ ਗੱਲ ਜਿਹੜੀ ਹੈਗੀ ਆ ਉਹ ਪਰਮਵੀਰ ਵਾਲੇ ਪਾਸੇ ਵੀ ਜਾਣ ਲੱਗੀ ਕਿ ਪਰਮਵੀਰ ਜਿਹੜਾ ਹੈ ਪੁਲਿਸ ਕਮਿਸ਼ਨਰ ਹੈ, ਇਹ ਬੰਦਾ 17 ਸਾਲ ਸਸਪੈਂਡ ਰਿਹਾ, ਇਹਨੂੰ ਬਹਾਲ ਕਿਵੇਂ ਕੀਤਾ? ਇਹ ਵੀ ਕਿਹਾ ਜਾਂਦਾ ਕਿ ਅਸਲ ਦੇ ਵਿੱਚ ਜਦੋਂ ਉਹ ਸਸਪੈਂਡ ਸੀ ਉਹ ਸ਼ਿਵ ਸੈਨਾ ਦਾ ਮੈਂਬਰ ਬਣ ਗਿਆ ਸੀ ਔਰ ਉਹਦੇ ਲਈ ਉਹ ਰਾਜਨੀਤੀ ਵੀ ਕਰਦਾ ਰਿਹਾ। ਸ਼ਿਵ ਸੈਨਾ ਦੀ ਸਰਕਾਰ ਬਣਨ ਤੋਂ ਬਾਅਦ ਹੀ ਉਹਨੂੰ ਬਹਾਲ ਕੀਤਾ ਗਿਆ, ਲੇਕਿਨ ਬਹਾਲੀ ਦੇ ਜਿਹੜੇ ਹੁਕਮ ਹੈ ਉਹਦੇ ਉੱਤੇ ਕਹਿੰਦੇ ਸਰਕਾਰ ਨਹੀਂ, ਮੁੱਖ ਮੰਤਰੀ ਨਹੀਂ ਦਸਤਖਤ ਕਰਦਾ, ਉਹਦੇ ਉੱਤੇ ਵੱਡੇ ਪੁਲਿਸ ਅਫਸਰਾਂ ਦੇ ਹੀ ਦਸਤਖਤ ਹੁੰਦੇ ਹੈ। ਗੱਲ ਉਸ ਪਾਸੇ ਨੂੰ ਤੁਰ ਗਈ ਕਿਉਂਕਿ ਆਪਾਂ ਪਹਿਲਾਂ ਵੀ ਜ਼ਿਕਰ ਕਰ ਚੁੱਕੇ ਹਾਂ ਕਿ ਪਰਮਵੀਰ ਸਿੰਘ ਜਿਹੜਾ ਹੈਗਾ, ਇਹ ਪਰਮਵੀਰ ਸਿੰਘ ਬੜਾ ਵਿਵਾਦਾਂ ਦੇ ਵਿੱਚ ਫਸਿਆ ਹੋਇਆ ਹੈ। ਜਦੋਂ ਪਰਮਵੀਰ ਸਿੰਘ ਨੇ ਸੁਸ਼ਾਂਤ ਸਿੰਘ ਰਾਜਪੂਤ ਵਾਲਾ ਕੇਸ ਟੈਕਲ ਕੀਤਾ ਤੇ ਉਦੋਂ BJP ਦੀ ਬਹੁਤ ਜ਼ਿਆਦਾ ਮੁਖਾਲਫਤ ਕਰਦੀ ਹੁੰਦੀ ਸੀ ਕਿ ਜੀ ਤਾਂ ਬੜਾ ਮਾੜੀ ਗੱਲ ਕਰ ਰਿਹਾ ਹੈ, ਪਰਮਵੀਰ ਸਿੰਘ ਇਸ ਤਰ੍ਹਾਂ ਕਰ ਰਿਹਾ। ਫਿਰ ਤੁਸੀਂ ਦੇਖਿਆ ਹੁਣ TRP ਘੁਟਾਲਾ ਹੋਇਆ ਸੀ। TRP ਘੁਟਾਲੇ ਦੇ ਵਿੱਚ ਅਰਨਬ ਗੋਸਵਾਮੀ ਦਾ ਨਾਮ ਬੋਲਦਾ ਸੀ ਉਸ ਵੇਲੇ। ਅਰਨਬ ਗੋਸਵਾਮੀ ਕਿਉਂਕਿ ਨਰਿੰਦਰ ਮੋਦੀ ਸਾਹਿਬ ਦਾ ਬਹੁਤ ਹਰਮਨ ਪਿਆਰਾ ਹੈ ਔਰ ਉਹ ਭਾਰਤੀ ਜਨਤਾ ਪਾਰਟੀ ਦਾ ਹਰਮਨ ਪਿਆਰਾ ਹੈ, ਉਹਨਾਂ ਨੇ ਵੀ ਫਿਰ ਇੱਕ ਮੁਹਿੰਮ ਚਲਾਈ ਸੀ ਜੀ ਪਰਮਵੀਰ ਸਿੰਘ ਇਸ ਸਰਕਾਰ ਦੇ ਕਹਿਣ ਦੇ ਉੱਤੇ ਸਾਡੇ ਬੰਦਿਆਂ ਨੂੰ ਜਾਂ ਜਿਹੜੇ ਹਿੰਦੂਤਵ ਦੇ ਮੁਦਈ ਹੈ ਉਹਨਾਂ ਨੂੰ ਤੰਗ ਕਰਦਾ ਹੈ। ਇਹਦਾ ਹੀ ਕੰਗਣਾ ਰਣੌਤ ਵਾਲਾ ਮਾਮਲਾ ਆਇਆ ਸੀ, ਜਦੋਂ ਕੰਗਣਾ ਰਣੌਤ ਦੇ ਘਰ ਦੀ ਢਾਹ ਢੁਆਈ ਹੋਈ ਹੈ, ਕੰਗਣਾ ਰਣੌਤ ਦੇ ਖਿਲਾਫ ਵੀ ਕੇਸ ਰਜਿਸਟਰ ਹੋਏ ਸੀ, ਪੂਰੀ ਜੱਜ ਕੇ ਮੁਖਾਲਫਤ ਕਰਦੇ ਰਹੇ, BJP ਵਾਲੇ ਦੀ ਨਿੰਦਾ ਕਰਦੇ ਰਹੇ ਹੈ। ਇਹ ਵੀ ਮੰਗ ਕਰਦੇ ਰਹੇ ਕਿ ਇਸ ਬੰਦੇ ਨੂੰ ਹਟਾਇਆ ਜਾਵੇ। ਕੇਂਦਰ ਸਰਕਾਰ ਕੋਲੇ ਵੀ ਹਦਾਇਤਾਂ ਹੁੰਦੀਆਂ ਸੀ, ਲੇਕਿਨ ਹੁਣ ਜਦੋਂ ਉਹਦੀ ਟ੍ਰਾਂਸਫਰ ਹੋ ਗਈ ਤੇ ਉਸ ਟ੍ਰਾਂਸਫਰ ਤੋਂ ਬਾਅਦ ਨਾਲ ਦੀ ਨਾਲ ਹੀ BJP ਨੇ ਉਹਨੂੰ ਚੁੱਕ ਲਿਆ। ਅੱਜ ਸਾਹਮਣਾ ਜਿਹੜਾ ਇਹਨਾਂ ਦਾ ਸ਼ਿਵ ਸੈਨਾ ਦਾ ਅਖਬਾਰ ਹੈ ਉਹਦੇ ਵਿੱਚ ਐਡੀਟੋਰੀਅਲ ਵੀ ਲੱਗਿਆ ਤੇ ਇਹ ਆਪਣੀ ਸੰਜੇ ਰਾਉਤ ਦੀ ਸਟੇਟਮੈਂਟ ਵੀ ਆਈ ਹੈ। ਇਹ ਗੱਲ ਕਹਿੰਦੇ ਸ਼ਿਵ ਸੈਨਾ ਬਾਰੇ ਕਿ ਇਹ ਜਿਸ ਪਰਮਵੀਰ ਸਿੰਘ ਨੂੰ ਲੈ ਕੇ BJP ਸਾਡੀ ਨਿੰਦਾ ਕਰਦੀ ਹੁੰਦੀ ਸੀ, ਜਦੋਂ ਅਸੀਂ ਉਸ ਪਰਮਵੀਰ ਸਿੰਘ ਨੂੰ ਪੁਲਿਸ ਕਮਿਸ਼ਨਰ ਦੇ ਅਹੁਦੇ ਤੋਂ ਹਟਾ ਕੇ DG ਹੋਮਗਾਰਡ ਲਾਤਾ, ਉਹ ਤੋਂ ਬਾਅਦ ਉਹਨੂੰ ਚੱਕ ਕੇ ਤੇ ਡਾਂਸ ਕਰਨ ਲੱਗ ਪਏ। ਉਹਨਾਂ ਦਾ ਮੰਨਣਾ ਹੈ ਕਿ ਇਹ ਜਿਹੜੀ ਜੋ ਕੁਛ ਪਰਮਵੀਰ ਸਿੰਘ ਕਹਿ ਰਿਹਾ ਉਹ ਆਪਣੇ ਪੱਧਰ ਤੇ ਨਹੀਂ ਕਹਿ ਰਿਹਾ। ਉਹਦੀ ਟ੍ਰਾਂਸਫਰ ਤੋਂ ਬਾਅਦ ਜਿਹੜੇ ਦਵਿੰਦਰ ਫੜਨਵੀਸ ਦਾ ਸਾਬਕਾ ਮੁੱਖ ਮੰਤਰੀ, ਉਹ ਦਵਿੰਦਰ ਫੜਨਵੀਸ ਦਿੱਲੀ ਜਾਂਦੇ ਹੈ, ਅਮਿਤ ਸ਼ਾਹ ਦੇ ਨਾਲ ਇੱਕ ਮੀਟਿੰਗ ਹੁੰਦੀ ਹੈ ਔਰ ਉਸ ਮੀਟਿੰਗ ਤੋਂ ਬਾਅਦ ਇਸ ਬੰਦੇ ਨੂੰ ਇਸਤੇਮਾਲ ਕੀਤਾ ਜਾਂਦਾ ਹੈ।
ਸੁਪਰੀਮ ਕੋਰਟ ਦੇ ਵਿੱਚ ਉਹਦੀ ਪਟੀਸ਼ਨ ਵੀ ਲੱਗੀ ਹੋਈ ਹੈ। ਇਹ ਵੀ ਇਸ਼ਾਰਾ ਕਿ ਇਹ ਪਟੀਸ਼ਨ ਬਗੈਰ ਉੱਪਰੋਂ ਕਹਿਣ ਤੇ ਨਹੀਂ ਲੱਗੀ ਹੋਈ। ਕੱਲ ਲੋਕ ਸਭਾ ਦੇ ਵਿੱਚ ਵੀ ਇਹਦੇ ਤੇ ਰੌਲਾ ਪਿਆ। ਸ਼ਰਦ ਪਵਾਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਕਿਉਂਕਿ ਇਹਨੇ ਇੱਕ ਇਲਜ਼ਾਮ ਲਾਇਆ ਸੀ ਪਰਮਵੀਰ ਨੇ ਕਿ ਜਿਹੜੇ ਉੱਥੋਂ ਦੇ ਗ੍ਰਹਿ ਮੰਤਰੀ ਹੈ, ਗ੍ਰਹਿ ਮੰਤਰੀ ਨੇ ਜਿਹੜੀ ਚੇਨ ਆਫ ਕਮਾਂਡ ਹੈ ਉਹਨੂੰ ਨਜ਼ਰ ਅੰਦਾਜ਼ ਕਰਕੇ, ਵੱਡੇ ਅਫਸਰਾਂ ਨੂੰ ਨਜ਼ਰ ਅੰਦਾਜ਼ ਕਰਕੇ ਜਿਹੜੇ ASP ਲੈਵਲ ਦੇ ACP ਲੈਵਲ ਦੇ ਅਧਿਕਾਰੀ ਹੈ ਉਹਨਾਂ ਦੀ ਇੱਕ ਮੀਟਿੰਗ ਕੀਤੀ ਸੀ ਆਪਣੇ ਘਰ। ਔਰ ਉਸ ਮੀਟਿੰਗ ਦੇ ਰਾਹੀਂ ਉਹਨੇ ਮੰਗ ਕੀਤੀ ਸੀ ਗ੍ਰਹਿ ਮੰਤਰੀ ਨੇ ਕਿ ਹਰ ਮਹੀਨੇ 100 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਜਾਵੇ। ਔਰ ਇਹ 100 ਕਰੋੜ ਰੁਪਇਆ ਇਕੱਠਾ ਕਿੱਥੋਂ ਕੀਤਾ ਜਾਵੇ? ਕਹਿੰਦੇ ਇੱਥੇ ਹੋਟਲ ਹੈ, ਵਾਰਜ਼ ਹੈ ਔਰ ਜਿਹੜੇ ਹੈਗੇ ਹੋਰ ਬੜਾ ਕੁਛ ਹੈ। ਉਹਨਾਂ ਤੋਂ ਜਿਹੜਾ ਹੈਗਾ ਤੁਸੀਂ ਲਗਾਤਾਰ ਉਗਰਾਹੀ ਕਰੋ ਤੇ ਉਹ ਉਗਰਾਹੀ ਕਰਕੇ ਮੇਰੇ ਕੋਲੇ ਭੇਜੋ। ਇਹ ਚੰਦੀ ਸਾਹਿਬ ਕਿਸੇ ਗੱਲ ਤੋਂ, ਕਿਸੇ ਤੋਂ ਗੱਲ ਲੁਕੀ ਛੁਪੀ ਨਹੀਂ ਕਿ ਜਿਸ ਬੰਦੇ ਦੇ ਕੋਲੇ ਮਹਾਰਾਸ਼ਟਰ ਦੀ ਸਰਕਾਰ ਹੁੰਦੀ ਹੈ, ਜਿਸ ਪਾਰਟੀ ਦੇ ਕੋਲੇ ਮਹਾਰਾਸ਼ਟਰ ਦੀ ਸਰਕਾਰ ਹੁੰਦੀ ਹੈ, ਉਹਨੂੰ ਬਹੁਤ ਜ਼ਿਆਦਾ ਆਮਦਨ ਵਾਲਾ ਬੰਦਾ ਸਮਝਿਆ ਜਾਂਦਾ ਹੈ ਕਿਉਂਕਿ ਬੰਬਈ ਜਿਹੜੀ ਹੈਗੀ ਹੈ ਉਹ ਸਾਡੇ ਦੇਸ਼ ਦੀ ਆਰਥਿਕ ਰਾਜਧਾਨੀ ਹੈ। ਵੱਡੇ ਵੱਡੇ ਕਾਰੋਬਾਰੀ ਘਰਾਣੇ ਜਿਹੜੇ ਉਹਨਾਂ ਦੇ ਹੈੱਡਕੁਆਟਰ ਬੰਬਈ ਦੇ ਵਿੱਚ ਹੈ ਔਰ ਉੱਥੋਂ ਬਹੁਤ ਸਾਰਾ ਪੈਸਾ ਜਿਹੜਾ ਹੈਗਾ ਉਹ ਜਨਰੇਟ ਹੁੰਦਾ ਹੈ ਔਰ ਉਹ ਪੈਸਾ ਜਿਹੜਾ ਹੈਗਾ ਸਿਆਸਤਦਾਨ ਜਨਰੇਟ ਪੁਲਿਸ ਦੇ ਰਾਹੀਂ ਆਪਣੀ ਸਰਕਾਰੀ ਮਸ਼ੀਨਰੀ ਦੇ ਰਾਹੀਂ ਕਰ ਰਹੇ ਹੈ। ਇਹਦੇ 'ਚ ਕੋਈ ਦੋ ਰਹਿਮਾ ਨਹੀਂ। ਜੇ ਪਰਮਵੀਰ ਨੇ ਇਹ ਇਲਜ਼ਾਮ ਲਾਇਆ ਕਿ 100 ਕਰੋੜ ਰੁਪਈਆ ਉਹ ਮੰਗਦਾ ਹੈ ਕਿ 100 ਕਰੋੜ ਰੁਪਈਆ ਇਕੱਠਾ ਕੀਤਾ ਜਾਵੇ, ਜਿਸ ਕਿਸਮ ਦੀ ਅਨਸਰਟਨਟੀ ਹੈ ਮਹਾਰਾਸ਼ਟਰ ਦੇ ਵਿੱਚ। ਕੱਲ ਨੂੰ ਉੱਥੇ ਚੋਣਾਂ ਵੀ ਹੋਣੀਆਂ, ਚੋਣਾਂ ਵਾਸਤੇ ਪੈਸਾ ਚਾਹੀਦਾ ਹੈ। ਔਰ ਜਿਹੜਾ ਇਹ ਗ੍ਰਹਿ ਮੰਤਰੀ ਹੈ, ਇਹ ਗ੍ਰਹਿ ਮੰਤਰੀ ਆਪਾਂ ਜੇ ਕਹੀਏ ਇਹ ਕਾਂਗਰਸ ਦਾ ਜਾਂ ਉਹਨਾਂ ਦਾ ਨਹੀਂ ਹੈਗਾ, ਸ਼ਿਵ ਸੈਨਾ ਵਾਲਿਆਂ ਦਾ ਨਹੀਂ, ਸਗੋਂ ਇਹ ਗ੍ਰਹਿ ਮੰਤਰੀ ਜਿਹੜਾ ਅਨਿਲ ਦੇਸ਼ਮੁਖ ਇਹ NCP ਦਾ ਹੈ ਤੇ NCP ਜਿਹੜੀ ਹੈਗੀ ਹੈ ਉਹਨੂੰ ਵੀ ਪੈਸੇ ਦੀ ਲੋੜ ਹੈ। ਇਹ ਮਤਲਬ ਇਲਜ਼ਾਮ ਲਾਇਆ ਜਾ ਰਿਹਾ ਕਿ ਪੈਸਾ ਇਹਦੇ ਰਾਹੀਂ ਇਕੱਠਾ ਕੀਤਾ ਜਾ ਰਿਹਾ ਸੀ। ਜਦੋਂ ਇਹ ਇਲਜ਼ਾਮ ਲੱਗ ਗਿਆ, ਪਹਿਲਾਂ ਸ਼ਰਦ ਪਵਾਰ ਦਾ ਬਿਆਨ ਆਇਆ ਕਿ ਪਰਮਵੀਰ ਦੇ ਜਿਹੜੇ ਦੋਸ਼ ਹੈ ਇਹ ਬੜੇ ਗੰਭੀਰ ਹੈ ਤੇ ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਫਿਰ ਉਹਨੂੰ ਉਹਦੀ ਪਾਰਟੀ ਦੇ ਕੁਝ ਲੀਡਰ ਮਿਲਦੇ ਹੈ, ਉਹਦਾ ਭਤੀਜਾ ਅਜੀਤ ਪਵਾਰ ਵੀ ਮਿਲਦਾ ਹੈ, ਉਹਦੀ ਬੇਟੀ ਵੀ ਮਿਲਦੀ ਹੈ, ਇੱਕ ਮੀਟਿੰਗ ਹੁੰਦੀ ਹੈ ਔਰ ਉਸ ਮੀਟਿੰਗ ਤੋਂ ਬਾਅਦ ਫਿਰ ਉਹ ਕਹਿੰਦਾ ਕਿ ਕੋਈ ਲੋੜ ਨਹੀਂ, ਇਹ ਜਾਣ ਬੁੱਝ ਕੇ ਜਿਹੜਾ ਹੈਗਾ ਅਨਿਲ ਦੇਸ਼ਮੁਖ ਨੂੰ ਬਦਨਾਮ ਕੀਤਾ ਜਾ ਰਿਹਾ, ਉਹਦੇ ਕੋਈ ਅਸਤੀਫੇ ਦੀ ਲੋੜ ਨਹੀਂ ਤੇ ਕੋਈ ਪੜਤਾਲ ਦੀ ਲੋੜ ਨਹੀਂ। ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕਰਦਾ ਸ਼ਰਦ ਪਵਾਰ। ਕੱਲ ਹੀ ਉਹਨੇ ਦਿੱਲੀ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਉੱਥੇ ਉਹਨੇ ਇਹ ਦਾਅਵਾ ਕੀਤਾ ਕਿ ਜਦੋਂ ਪਰਮਵੀਰ ਦਾ ਜਿਹੜਾ ਇਲਜ਼ਾਮ ਹੈ ਕਿ ਉਹਨੇ ਆਪਣੇ ਘਰੇ ਮੀਟਿੰਗ ਕੀਤੀ ਹੈ, ਜਿਸ ਦਿਨ ਉਹ ਕਹਿੰਦਾ ਵੀ ਉਹਨੇ ਮੀਟਿੰਗ ਕੀਤੀ ਹੈ ਉਸ ਦਿਨ ਤਾਂ ਉਹ ਬਿਮਾਰ ਸੀ, ਉਹ ਹਸਪੀਟਲ ਦੇ ਵਿੱਚ ਦਾਖਲ ਸੀ ਤੇ ਉਹਨੂੰ ਕਰੋਨਾ ਹੋਇਆ ਸੀ ਗ੍ਰਹਿ ਮੰਤਰੀ ਨੂੰ। ਲੇਕਿਨ ਨਾਲ ਦੀ ਨਾਲ ਹੀ ਅਜੇ ਤੱਕ ਉਹਦੀ ਇਹ ਖਬਰ ਚੱਲ ਹੀ ਰਹੀ ਸੀ। ਉਸੇ ਦੌਰਾਨ ਅਮਿਤ ਮਾਲਵੀਆ ਜਿਹੜਾ BJP ਦੇ IT ਸੈੱਲ ਦਾ ਮੁਖੀ ਹੈ, ਉਹਨੇ ਇੱਕ ਫੋਟੋ ਟਵੀਟ ਕਰਤੀ ਤੇ ਉਹਨੇ ਦਿਖਾਇਆ ਕਿ ਉਸ ਤਾਰੀਖ ਨੂੰ ਜਿਸ ਦਿਨ ਇਹ ਦਰਸਾਇਆ ਗਿਆ ਕਿ ਮਿਸਟਰ ਅਨਿਲ ਦੇਸ਼ਮੁਖ ਹਸਪਤਾਲ ਦੇ ਵਿੱਚ ਦਾਖਲ ਸੀ, ਉਹ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਿਹਾ ਸੀ। ਪ੍ਰੈਸ ਕਾਨਫਰੰਸ ਨੂੰ ਉਹਨੇ ਸੰਬੋਧਨ ਕਿਵੇਂ ਕਰਤੀ? ਹੁਣ ਇਸ ਫੋਟੋ ਦੇ ਵਿੱਚ ਸੱਚਾਈ ਕਿੰਨੀ ਕੁ ਹੈ ਇਹਦੇ ਬਾਰੇ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ, ਆਪਾਂ ਪੁਸ਼ਟੀ ਨਹੀਂ ਕਰ ਸਕਦੇ। ਲੇਕਿਨ ਇੱਕ ਗੱਲ ਸਾਨੂੰ ਮੰਨਣੀ ਪੈਣੀ ਹੈ ਕਿ ਜੋ ਕੁਝ ਦਿੱਲੀ ਦੇ ਵਿੱਚ ਹੋ ਰਿਹਾ ਹੈ, ਦਿੱਲੀ ਦੀਆਂ ਸਰਕਾਰੀਆਂ ਏਜੰਸੀਆਂ ਜਿਵੇਂ ਭੰਨਤੋੜ ਕਰਦੀਆਂ, ਜਿਵੇਂ ਅਮਿਤ ਮਾਲਵੀਆ ਦੇ ਖਿਲਾਫ ਇਲਜ਼ਾਮ ਲੱਗ ਰਹੇ ਆ ਵਾਰ-ਵਾਰ ਔਰ ਉਹ ਇਲਜ਼ਾਮ ਬਾਹਰੋਂ ਨਹੀਂ ਲੱਗਦੇ, BJP ਦੇ ਅੰਦਰੋਂ ਲੱਗਦੇ ਤੇ ਲਾਉਣ ਵਾਲਾ ਵੀ ਸੁਬਰਾਮਨੀਅਮ ਸਵਾਮੀ ਹੈ ਜਿਹੜਾ ਕਹਿੰਦਾ ਅਮਿਤ ਮਾਲਵੀਆ ਹਰ ਉਸ ਬੰਦੇ ਨੂੰ ਬਦਨਾਮ ਕਰਨ ਦਾ ਯਤਨ ਕਰਦਾ ਜਿਹੜਾ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਮੁਤਾਬਕ ਨਾ ਚੱਲਦਾ ਹੋਵੇ। ਉਹਦੇ ਵਿੱਚ ਸੁਬਰਾਮਨੀਅਮ ਸਵਾਮੀ ਵੀ ਹੈ। ਉਹ ਕੋਈ ਵੀ ਚੀਜ਼ ਬਣਾ ਸਕਦਾ ਹੈ, ਕੋਈ ਵੀ ਚੀਜ਼ ਹੋ ਸਕਦੀ ਹੈ। ਹਕੀਕਤ ਕੀ ਹੈ ਇਹ ਤਾਂ ਪਤਾ ਲੱਗੂਗਾ ਬਾਅਦ ਦੇ ਵਿੱਚ ਜਦੋਂ ਇਹਦੀ ਕੋਈ ਮੁਕੰਮਲ ਪੜਤਾਲ ਹੋਈ, ਹੋਰ ਇਹਦੀਆਂ ਪਰਤਾਂ ਖੁੱਲੀਆਂ। ਲੇਕਿਨ ਇੱਕ ਗੱਲ ਮੰਨਣੀ ਪੈਣੀ ਹੈ ਕਿ ਪੁਲਿਸ ਅਫਸਰਾਂ ਨੂੰ ਲੈ ਕੇ ਮਹਾਰਾਸ਼ਟਰ ਦੇ ਸਿਆਸਤਦਾਨ ਦੋ ਹਿੱਸਿਆਂ ਦੇ ਵਿੱਚ ਵੰਡੇ ਹੋਏ ਹੈ ਔਰ ਪੁਲਿਸ ਅਫਸਰਾਂ ਨੂੰ ਪੂਰੀ ਤਰ੍ਹਾਂ ਜਿਹੜਾ ਹੈਗਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹੁਣ ਸੰਜੇ ਰਾਉਤ ਇਹ ਗੱਲ ਕਹਿੰਦੇ ਤੇ ਸ਼ਿਵ ਸੈਨਾ ਵਾਲੇ ਕਹਿੰਦੇ ਹੈ ਕਿ ਅਸਲ ਦੇ ਵਿੱਚ ਭੰਨ ਤੋੜ ਕਰਕੇ ਪੂਰਾ ਜ਼ੋਰ ਲਾ ਕੇ BJP ਨੇ ਦੇਖ ਲਿਆ, ਮਹਾਰਾਸ਼ਟਰ ਦੀ ਸਰਕਾਰ ਡਿੱਗੀ ਨਹੀਂ, ਉਹਨੂੰ ਤੋੜਨ ਦਾ ਯਤਨ ਕੀਤਾ ਗਿਆ, ਸਰਕਾਰ ਉਹ ਮਜ਼ਬੂਤ ਹੈ ਤੇ ਮਹਾਰਾਸ਼ਟਰ ਦੇ ਵਿੱਚ ਰਾਸ਼ਟਰਪਤੀ ਰਾਜ ਲਾਉਣ ਵਾਸਤੇ ਇੱਕ ਬਹਾਨਾ ਚਾਹੀਦਾ ਹੈ। ਉਸ ਬਹਾਨੇ ਦੇ ਲਈ ਹਥਿਆਰ ਵਰਤਿਆ ਹੈ, ਹਥਿਆਰ ਦੇ ਤੌਰ ਤੇ ਵਰਤਿਆ ਜਾ ਰਿਹਾ ਹੈ, ਇਸਤੇਮਾਲ ਕੀਤਾ ਜਾ ਰਿਹਾ ਪਰਮਵੀਰ ਸਿੰਘ ਨੂੰ। ਔਰ ਨਾਲ ਉਹਨੇ ਇਹ ਵੀ ਦਾਅਵਾ ਕੀਤਾ ਕਿ ਕਿਸੇ ਅਫਸਰ ਵੱਲੋਂ ਕਹੀਆਂ ਹੋਈਆਂ ਕੁਝ ਇੱਕ ਗੱਲਾਂ ਦੇ ਉੱਤੇ ਕਦੇ ਸਰਕਾਰਾਂ ਤੋੜੀਆਂ ਨਹੀਂ ਜਾ ਸਕਦੀਆਂ, ਸਰਕਾਰਾਂ ਤੋੜੀਆਂ ਜਾ ਸਕਦੀਆਂ ਨਹੀਂ ਤੋੜੀਆਂ ਜਾ ਸਕਦੀਆਂ, ਇਹ ਤਾਂ ਅਮਿਤ ਸ਼ਾਹ ਨੂੰ ਤੇ ਨਰਿੰਦਰ ਮੋਦੀ ਸਾਹਿਬ ਨੂੰ ਪਤਾ ਹੈ। ਕਿਉਂਕਿ ਪਹਿਲਾਂ ਵੀ ਆਪਾਂ ਦੇਖਿਆ ਕਿ ਮਹਾਰਾਸ਼ਟਰ ਦੇ ਵਿੱਚ ਜਦੋਂ ਸਰਕਾਰ ਬਣੀ ਹੈ, ਚੋਣਾਂ ਹੋਈਆਂ ਸੀ, ਉਸ ਵੇਲੇ ਨਾ BJP ਨੂੰ ਬਹੁਮਤ ਮਿਲਿਆ ਸੀ ਤੇ ਨਾ NCP ਨੂੰ ਬਹੁਮਤ ਮਿਲਿਆ ਸੀ
ਤੇ ਇੱਕ ਦਿਨ ਉੱਥੇ ਰਾਸ਼ਟਰਪਤੀ ਰਾਜ ਲੱਗ ਗਿਆ ਸੀ। ਇੱਕ ਦਿਨ ਵੱਡੇ ਤੜਕੇ ਗਵਰਨਰ ਨੂੰ ਉਠਾਇਆ, ਗਵਰਨਰ ਤੋਂ ਸਿਫਾਰਿਸ਼ ਕਰਵਾਈ ਗਈ ਕਿ ਜੀ ਰਾਸ਼ਟਰਪਤੀ ਰਾਜ ਤੋੜਿਆ ਜਾਵੇ, ਔਰ ਰਾਸ਼ਟਰਪਤੀ ਰਾਜ ਜਿਹੜਾ ਹੈਗਾ ਰਾਸ਼ਟਰਪਤੀ ਸਾਹਿਬ ਨੇ ਤੋੜਤਾ। ਤੇ ਫਿਰ ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਹੀ ਦੇਵੇਂਦਰ ਫੜਨਵੀਸ ਨੂੰ ਤੇ ਉਹਦੇ ਨਾਲ ਅਜੀਤ ਪਵਾਰ ਨੂੰ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਦੀ ਸਹੁੰ ਵੀ ਚੁਕਵਾਤੀ ਸੀ। ਇਹ ਸਾਰਾ ਕੁਝ ਮਹਾਰਾਸ਼ਟਰ ਦੇ ਸੰਦਰਭ ਦੇ ਵਿੱਚ ਦਿੱਲੀ 'ਚ ਹੋ ਚੁੱਕਿਆ ਤੇ ਹੁੰਦਾ ਰਿਹਾ। ਇਸੇ ਕਰਕੇ ਹੁਣ ਪਰਮਵੀਰ ਜਿਹੜਾ ਹੈਗਾ ਉਹ ਇੱਕ ਜਿਹੜਾ ਇਸ ਕਿਸਮ ਦਾ ਉਹਨਾਂ ਦੇ ਹੱਥ ਮੁੱਦਾ ਲੱਗਿਆ ਵਾ ਬੀਜੇਪੀ ਦੇ, ਉਹਨੂੰ ਇਸਤੇਮਾਲ ਕਰਨਾ ਚਾਹੁੰਦੇ ਹੈ। ਪਰ ਨਾਲ ਦੀ ਨਾਲ ਹੀ ਸ਼ਿਵ ਸੈਨਾ ਵਾਲੇ ਤੇ ਜਿਹੜੇ ਦੂਜੇ NCP ਵਾਲੇ ਉਹ ਵਾਰ-ਵਾਰ ਇਹ ਇਲਜ਼ਾਮ ਲਾਉਂਦੇ ਰਹੇ ਕਿ ਇਹ ਉਹੀ ਪਰਮਵੀਰ ਹੈ ਜਿਸ ਪਰਮਵੀਰ ਨੂੰ ਲੈ ਕੇ ਤੁਸੀਂ ਨੁਕਤਾਚੀਨੀ ਕਰਦੇ ਹੁੰਦੇ ਸੀ, ਤੇ ਅੱਜ ਤੁਸੀਂ ਉਸੇ ਪਰਮਵੀਰ ਨੂੰ ਮੋਢਿਆਂ ਦੇ ਉੱਤੇ ਰੱਖ ਬਹਾ ਕੇ ਡਾਂਸ ਕਰ ਰਹੇ ਹੋ ਜੀ। ਵਾਕਿਆ ਗੱਲ ਸਹੀ ਹੈ ਜੀ। ਇਹ ਹਾਥੀ ਦੇ ਦੰਦ ਖਾਣ ਨੂੰ ਹੋਰ ਤੇ ਦਿਖਾਉਣ ਨੂੰ ਹੋਰ ਆ ਜੀ। ਬੜੀ ਨਿਆਰੀ ਪਾਰਟੀ ਆ, ਤੁਹਾਨੂੰ ਪਤਾ ਹੀ ਹੈ। ਜਿਹੜਾ ਇਹਨਾਂ 'ਚ ਆ ਜਾਵੇ ਦੁੱਧ ਧੋਤਾ ਤਾਂ ਅੱਗੋਂ ਪਿੱਛੋਂ ਮਸਟੰਡਾ ਹੁੰਦਾ। ਉਹ ਚੱਲਦੇ ਜੀ, ਆਪਾਂ ਕਾਲ ਲੈਨੇ ਆ। ਹੈਲੋ ਸਤਿ ਸ਼੍ਰੀ ਅਕਾਲ ਜੀ, ਜੁਗਰਾਜ ਗਿੱਲ ਕਦੇ ਤੋਂ ਵੇਟ ਕਰ ਰਿਹਾ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਧੰਨਵਾਦ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਬੜੇ ਮੇਰੇ ਮਨਪਸੰਦ ਅੱਜ ਤਾਂ ਤੁਸੀਂ ਪੁਲਿਸ ਵਾਲਿਆਂ ਦੀ ਹਿਸਟਰੀ ਛੇੜਤੀ। ਤੇ ਮੈਂ ਕਿਤਾਬ ਲਿਖ ਰਿਹਾ ਸੀ ਪੁਲਿਸਨਾਮਾ, ਤੁਹਾਨੂੰ ਦੱਸਿਆ ਸੀ ਇੱਕ ਵਾਰ, ਤੇ ਉਹ ਮੈਂ ਲਿਖਣੀ ਸ਼ੁਰੂ ਕਰਤੀ ਆ ਜੀ। ਤੇ ਅਰਪਤ ਸ਼ੁਕਲਾ ਜਿਹੜੇ DSC ਬੋਲ ਰਹੇ ਨੇ ਹੁਣ, ਉਹ ADGP ਨੇ ਕ੍ਰਾਈਮ ਦੇ ਚੰਡੀਗੜ੍ਹ, ਉਸ ਤੋਂ ਸ਼ੁਰੂਆਤ ਕੀਤੀ ਮੈਂ ਜੀ। ਹਾਂਜੀ। ਤੇ ਉਸ ਤੋਂ ਬਾਅਦ ਗੋਬਿੰਦ ਰਾਮ ਫਰੀਦਕੋਟ ਵਾਲਾ SSP ਜਾਲੋਂ ਸਭ ਤੋਂ ਰਿਹਾ ਇੱਕ, ਉਹ ਆ ਗਿਆ। ਹਾਂਜੀ। ਉਸ ਤੋਂ ਬਾਅਦ ਸਤੀਸ਼ ਕੁਮਾਰ ਸ਼ਰਮਾ SPD ਡਿਟੈਕਟਿਵ ਬਠਿੰਡਾ ਸੀ, ਉਹਨੂੰ ਤਰੱਕੀ ਦੇ ਕੇ ਰਾਸ਼ਟਰੀ ਫਰੀਦਕੋਟ ਲਾਇਆ ਸੀ ਜਦੋਂ। ਹਾਂਜੀ ਹਾਂਜੀ। ਤੇ ਉਸ ਤੋਂ ਬਾਅਦ ਆ ਗਿਆ ਜੀ ਪ੍ਰੀਤਮ ਸਿੰਘ ਐਸ਼ੀ, ਇੱਕ ਥਾਣੇਦਾਰ ਹੁੰਦਾ ਸੀ ਬੜਾ ਮਸ਼ਹੂਰ, ਬੜਾ ਇਮਾਨਦਾਰ। ਉਹ ਪੈਂਟ ਨੂੰ ਉਹਨੇ ਟਾਕੀ ਲਾਈ ਹੁੰਦੀ ਸੀ ਤੇ ਬਿਸਤਰਾ ਬੰਨ ਕੇ ਰੱਖਦਾ ਸੀ। ਉਸ ਨੂੰ ਕਹਿੰਦਾ ਬਿਸਤਰਾ ਮੇਰਾ ਬੰਨ ਕੇ ਰੱਖਦੇ, ਪਤਾ ਨਹੀਂ ਕਿਹੜਾ ਕੰਜਰ ਆਵੇ। ਇੱਕ ਦੋ ਗਾਲਾਂ ਆਪ ਨੂੰ ਕੱਢਦਾ, ਦੋ ਅਗਲੇ ਨੂੰ ਕੱਢਦਾ ਸੀ। ਤੇ ਪਤਾ ਨਹੀਂ ਕਿਹੜਾ ਮੇਰੀ ਬਦਲੀ ਕਰਾਵੇ ਜੀ। ਤੇ ਇੱਕ ਰਿਸ਼ਤੇਦਾਰ ਬਖਸ਼ੀਸ਼ ਸਿੰਘ ਸੰਧੂ ਥਾਣੇਦਾਰ ਹੋਇਆ, ਬੜਾ ਮਸ਼ਹੂਰ। ਇੱਕ ਮੇਰੇ ਸਹੁਰਾ ਸਾਹਿਬ ਸੀ ਬਠਿੰਡੇ ਥਾਣੇਦਾਰ ਕਰਮ ਸਿੰਘ ਸੇਖੋਂ। ਇੱਕ ਮੇਰੇ ਸਾਂਢੂ ਸਾਹਿਬ ਨੇ ਥਾਣੇਦਾਰ ਜਗਜੀਤ ਸਿੰਘ ਸਰਾਂ ਗਿੱਦੜਬਾਹਾ, ਰਿਟਾਇਰਮੈਂਟ, ਤੁਹਾਡੇ ਬੇਲੀ ਜਾਣਦੇ ਤੁਸੀਂ ਉਹਨਾਂ ਨੂੰ। ਤੇ ਬਾਕੀ ਬਲਵੀਰ ਸਿੰਘ ਇੱਕ ਹੋਇਆ ਲਾਹੌਰੀਆ ਥਾਣੇਦਾਰ, ਉਹਦੇ ਬਾਰੇ ਲਿਖਿਆ, ਪੰਨੀ ਵਾਲੇ ਚੌਂਕੀ ਰਿਹਾ। ਇੱਕ ਤਲਵਿੰਦਰ ਸਿੰਘ ਲਾਹੌਰੀਆ ਹੋਇਆ ਥਾਣੇਦਾਰ ਫਾਜ਼ਿਲਕਾ। ਤੇ ਇੱਕ ਮਦਨ ਗਫਾਲ ਤੇ ਇੱਕ ਜਗੀਰੀ ਲਾਲ, ਦੋ ਥਾਣੇਦਾਰ, ਉਹ ਜਿਹੜੇ ਸਸਪੈਂਡ ਕਰਾਏ ਤੇ ਜੋ ਵੀ ਕਾਰਵਾਈਆਂ ਪੰਜਾਬ ਜਦੋਂ ਪੱਤਰਕਾਰ ਹੁੰਦਾ ਸੀ, ਇਹਨਾਂ ਨਾਲ ਵਾਹ ਪਿਆ ਮੇਰਾ, ਉਹ ਸਾਰੇ ਲਿਖੀ ਬੈਠਾ ਹੈ। ਤੇ ਬੜੀਆਂ ਖਤਰਨਾਕ ਸਟੋਰੀਆਂ। ਤੇ ਸਭ ਤੋਂ ਖਾਸ ਗੱਲ ਇਹ ਵੀ ਪ੍ਰਤਾਪ ਸਿੰਘ ਕੈਰੋਂ ਵੇਲੇ ਇੱਕ ਗੁਰਦਿਆਲ ਸਿੰਘ IG ਹੁੰਦਾ ਸੀ, ਤੇ ਉਹਨੂੰ ਕੈਰੋਂ ਸਾਹਿਬ ਨੇ ਕਿਹਾ ਵੀ ਮੇਰੇ ਬੇਟੇ ਨੂੰ ਜਿਹੜਾ ਬੈਂਕ ਡਾਕੇ ਚੋਂ ਕੱਢ ਦੇ। ਤੇ ਉਹਨੇ ਜਵਾਬ ਦਿੱਤਾ ਵੀ ਮੇਰੇ ਟੇਪ ਰਿਕਾਰਡ ਨਾਲ ਨਹੀਂ ਲੱਗਿਆ ਫੋਨ ਦੇ, ਨਹੀਂ ਤਾਂ ਮੈਂ ਤੈਨੂੰ ਵੀ ਅੰਦਰ ਕਰ ਦਿੰਦਾ, ਮੁੱਖ ਮੰਤਰੀ ਨੂੰ। ਤੇ ਉਹ ਜਦੋਂ ਨਹਿਰੂ ਆਇਆ ਕਿਤੇ ਇੱਥੇ, ਤੇ ਨਹਿਰੂ ਨੂੰ ਕਹਿੰਦਾ, ਕੈਰੋਂ ਸਾਹਿਬ ਕਹਿੰਦਾ ਵੀ ਇਹ ਬੰਦਾ ਖਤਰਨਾਕ ਮੈਨੂੰ ਹੀ ਫਸਾਊਗਾ ਤੇ ਇਹ ਤੋਂ ਰਿਜ਼ਾਈਨ ਲੈ ਲਾ। ਨਹਿਰੂ ਨੇ ਕਿਹਾ ਰਿਜ਼ਾਈਨ ਦੇ ਦੇ ਭਾਈ। ਉਹ ਰਿਜ਼ਾਈਨ ਲਿਖਣ ਲੱਗਾ, ਲਿਖ ਗਿਆ ਵੀ ਜਿੰਨਾ ਚਿਰ ਵੀ ਕਾਂਗਰਸ ਦੀ ਸਰਕਾਰ ਹੋਊਗੀ ਉਨੇ ਚਿਰ ਲਈ ਮੈਂ ਰਿਜ਼ਾਈਨ ਦੇਣਾ, ਇੱਕ ਲਾਈਨ ਲਿਖ ਗਿਆ ਵਿੱਚ। ਤੇ ਜਦੋਂ ਡਸਾਈ ਦਾ ਰਾਜ ਆਇਆ, ਉਹਨਾਂ ਨੇ ਫਾਈਲਾਂ ਪੱਟੀਆਂ ਜਦੋਂ ਵੀ ਕਿਹੜਾ ਬੰਦਾ ਕੰਮ ਦਾ, ਤੇ ਉਹਨੂੰ ਲੱਭ ਕੇ ਕਹਿੰਦੇ ਵੀ ਆ ਜਾਵੇ ਗੁਰਦਿਆਲ ਸਿੰਘ ਸੰਧੂ, ਵੀ ਜਿਹੜੇ ਮਰਜ਼ੀ ਸਟੇਟ ਦਾ DGP ਬਣ ਜਾ, ਹੈਂ ਖੋਲਾ ਤੈਨੂੰ। ਉਹ ਕਹਿੰਦਾ ਮੈਂ ਹੁਣ ਬੁੜਾ ਹੋ ਗਿਆ ਜੀ, ਮੈਂ ਫਾਰਮ ਸੰਭਾਲਣਾ ਆਪਣਾ, ਖੇਤੀਬਾੜੀ, ਜਵਾਬ ਦੇ ਗਿਆ। ਹਾਂ, ਇਸ ਤਰ੍ਹਾਂ ਦੇ ਵੀ ਬੜੇ ਬੜੇ ਇਮਾਨਦਾਰ ਵੀ ਹੋਇਆ ਤੇ ਬੜੇ ਬੜੇ ਬਦਨਾਮ ਵੀ ਹੋਏ ਆ। ਮਤਲਬ ਬਿਲਕੁਲ ਜਾਂ ਤਾਂ ਹੀਰੋ ਤੇ ਜਾਂ ਖਲਨਾਇਕ, ਦੋ ਹੀ ਤਰ੍ਹਾਂ ਦੇ ਬੰਦੇ ਹੋਏ ਪੁਲਿਸ 'ਚ, ਹੈ ਨਾ ਜੀ। ਹਾਂ, ਵਿੱਚ ਵਿਚਾਲਾ ਨਹੀਂ। ਧੰਨਵਾਦ ਜੀ, ਧੰਨਵਾਦ। ਢਿੱਲੋਂ ਸਾਹਿਬ, ਇੱਕ ਲਾਲ ਸਿੰਘ ਉਹਨਾਂ ਨੇ ਪੁੱਛਿਆ ਜੀ, ਕਹਿੰਦੇ ਕੋਈ ਕਾਲੇ ਕਾਨੂੰਨਾਂ ਨੂੰ ਲੈ ਕੇ 3 ਮੈਂਬਰੀ ਕਮੇਟੀ ਸ਼ਨੀਵਾਰ ਨੂੰ ਕੋਈ ਬਣੀ, ਉਹਦੇ ਬਾਰੇ ਕੋਈ ਹੈ ਜਾਣਕਾਰੀ ਜੀ? ਸ਼ਾਇਦ ਬਣਾਤੀ ਹੋਣੀ ਹੈ ਜੀ ਇਹ ਗੱਲ। ਮਤਲਬ ਇੱਕ ਸਟੇਟਮੈਂਟ ਮੈਂ ਤਾਂ ਦੇਖੀ ਆ ਹੁਣ ਤੱਕ, ਡਾਕਟਰ ਦਰਸ਼ਨਪਾਲ ਦੀ ਸਟੇਟਮੈਂਟ ਆਈ ਹੈ ਕਿ ਕਿਸਾਨ ਲੀਡਰਸ਼ਿਪ ਜਿਹੜੀ ਹੈਗੀ ਆ ਗੱਲਬਾਤ ਕਰਨ ਨੂੰ ਤਿਆਰ ਹੈ ਜੀ, ਲੇਕਿਨ ਗੱਲਬਾਤ ਤਾਂ ਹੀ ਹੋ ਸਕਦੀ ਹੈ ਜੇ ਕੇਂਦਰ ਵੱਲੋਂ ਸੱਦਾ ਆਵੇ। ਬਗੈਰ ਸੱਦਾ ਆਏ ਤੋਂ ਅਸੀਂ ਮਤਲਬ ਜਿਹੜਾ ਹੈਗਾ ਸਿੱਧਾ ਨਹੀਂ ਜਾਣਾ। ਇਹ ਜ਼ਰੂਰ ਆ ਗਈ ਹੈ ਜੀ। ਇਹਦਾ ਮਤਲਬ ਹੈ ਕਿ ਕੁਛ ਨਾ ਕੁਛ ਸ਼ਾਇਦ ਗੱਲ ਹੋ ਰਹੀ ਹੋਵੇ, ਕਿਉਂਕਿ ਬੰਗਾਲ ਦੇ ਵਿੱਚ ਇੱਥੇ ਜਿਹੜੀਆਂ ਜਿੱਥੇ ਇਲੈਕਸ਼ਨਾਂ ਹੋ ਰਹੀਆਂ ਉਹਨਾਂ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਬੀਜੇਪੀ ਨੂੰ ਪੋਸੀਬਿਲਿਟੀ ਹੈ ਵੀ ਕੁਛ ਇਸ ਕਿਸਮ ਦੀ ਗੱਲ ਹੋਈ ਹੋਵੇ ਜੀ। ਬਿਲਕੁਲ ਜੀ। ਚੱਲਦੇ ਆਪਾਂ ਅਗਲੀ ਖਬਰ ਤੇ। ਹਰਿਆਣੇ ਦੇ ਡਿਪਟੀ ਮੁੱਖ ਮੰਤਰੀ ਦੇ ਦੌਰੇ ਦੌਰਾਨ ਡਿਊਟੀ ਤੇ ਤੈਨਾਤ ਔਰਤ IAS ਅਫਸਰ ਨਾਲ ਕੀਤੀ ਛੇੜਛਾੜ ਜੀ।
ਬਿਲਕੁਲ ਜੀ, ਇਹ ਖਬਰ ਇਹ ਹੈ ਕਿ ਕੱਲ ਮਿਸਟਰ ਦੁਸ਼ਯੰਤ ਸਿੰਘ ਚੌਟਾਲਾ ਫਰੀਦਾਬਾਦ ਦੌਰੇ ਤੇ ਗਿਆ ਸੀ ਜੀ। ਜਦੋਂ ਉਹ ਫਰੀਦਾਬਾਦ ਦੌਰੇ ਤੇ ਗਿਆ ਸੀ ਤੇ ਉਸ ਵੇਲੇ ਉਹਦੇ ਨਾਲ ਕਾਫੀ ਸਾਰੇ ਲੋਕ ਸੀ। ਜਿਹੜਾ ਉਹਨੇ ਫੰਕਸ਼ਨ ਕਰਨਾ ਸੀ, ਸਰਕਾਰੀ ਫੰਕਸ਼ਨ ਕੀਤਾ ਤੇ ਫਿਰ ਉਹ ਕਿਸੇ ਦੇ ਘਰ ਚਾਹ ਪੀਣ ਵਾਸਤੇ ਚਲਾ ਗਿਆ। ਪ੍ਰੋਟੋਕੋਲ ਦੇ ਮੁਤਾਬਕ ਆਪਾਂ ਨੂੰ ਪਤਾ ਹੀ ਹੈ ਕਿ IAS ਅਫਸਰ ਜਿਹੜੇ ਆ, ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ, ਇਹਨਾਂ ਦੇ ਨਾਲ ਅਫਸਰਾਂ ਨੂੰ ਤਾਇਨਾਤ ਕੀਤਾ ਜਾਂਦਾ ਹੈ। ਇਹ IAS ਬੀਬੀ ਹੈ ਜਿਹੜੀ ਇਹ ਵੀ ਤਾਇਨਾਤ ਕੀਤੀ ਹੋਈ ਸੀਗੀ ਕਿ ਡਿਪਟੀ ਮੁੱਖ ਮੰਤਰੀ ਸਾਹਿਬ ਆਏ ਆ, ਭਾਈ ਤੁਸੀਂ ਇਹਨਾਂ ਦਾ ਖਿਆਲ ਰੱਖੋ। ਪ੍ਰੋਟੋਕੋਲ ਦੇ ਮੁਤਾਬਕ ਕੋਈ ਕੰਮ ਧੰਦਾ ਹੁੰਦਾ ਹੈ, ਕੋਈ ਬੰਦਾ ਆ ਕੇ ਕਹਿੰਦਾ ਜੀ ਮੇਰਾ ਕੰਮ ਹੈ, ਮੇਰਾ ਕੰਮ ਹੈ, ਤੇ ਉਹਨਾਂ ਨੇ ਹਦਾਇਤਾਂ ਦੇਣੀਆਂ ਹੁੰਦੀਆਂ, ਫਿਰ ਉਹ ਅਫਸਰਾਂ ਨੂੰ ਕਹਿੰਦੇ ਆ। ਉਹ ਬੀਬੀ ਨਾਲ ਲੱਗੀ ਹੋਈ ਸੀ। ਚਾਹ ਪਾਣੀ ਪੀਣ ਤੋਂ ਬਾਅਦ ਜਿਸ ਵੇਲੇ ਨਿਕਲ ਰਹੇ ਸੀ ਅੰਦਰੋਂ, ਕਮਰੇ ਦੇ ਅੰਦਰੋਂ ਨਿਕਲ ਰਹੇ ਸੀ, ਉਸ ਵੇਲੇ ਇੱਕ ਵਿਅਕਤੀ ਜਿਹੜਾ ਨਾਲ ਜਾ ਰਿਹਾ ਸੀਗਾ, ਉਹਨੇ ਉਸ ਲੜਕੀ ਦੇ ਨਾਲ ਤੁਰੇ ਜਾਂਦੇ ਨੇ ਕੋਈ ਛੇੜਛਾੜ ਕੀਤੀ, ਟੱਚ ਕੀਤਾ ਉਹ। ਔਰ ਟੱਚ ਉਹਨੇ ਬੜੇ, ਕਈ ਵਾਰੀ ਤਾਂ ਆਪਾਂ ਜਾਣਦੇ ਹੁੰਦੇ ਟੱਚ ਵੈਸੇ ਬੰਦਾ ਹੋ ਜਾਂਦਾ ਹੈ, ਪਰ ਉਹਨੇ ਬੜੇ ਭੱਦਰ ਤਰੀਕੇ ਦੇ ਨਾਲ ਟੱਚ ਕੀਤਾ, ਜਿਹਦੇ ਤੋਂ ਪਤਾ ਲੱਗਦਾ ਸੀ ਕਿ ਉਹਦੀ ਨੀਅਤ ਸਾਫ਼ ਨਹੀਂ। ਉਹਨੇ ਇਮੀਡੀਏਟ ਜਿਹੜੀ ਕੋਲੇ ਪੁਲਿਸ ਪਾਰਟੀ ਸੀ, ਪੁਲਿਸ ਪਾਰਟੀ ਵਾਲੇ ਨੂੰ ਕਿਹਾ ਵੀ ਕੌਣ ਹੈ ਬੰਦਾ, ਕੀ ਕੁਛ ਇਹਨੇ ਮੇਰੇ ਨਾਲ ਇਸ ਤਰ੍ਹਾਂ ਬਦਤਮੀਜ਼ੀ ਕੀਤੀ ਹੈ, ਤੇ ਪੁਲਿਸ ਪਾਰਟੀ ਵਾਲਿਆਂ ਨੇ ਉਹਨੂੰ ਇਮੀਡੀਏਟ ਜਿਹੜਾ ਹੈਗਾ ਜੀ ਕਾਬੂ ਕਰ ਲਿਆ। ਕਾਬੂ ਕਰਨ ਤੋਂ ਬਾਅਦ ਉਹਨੂੰ ਉਹ ਥਾਣੇ ਵਗੈਰਾ ਲੈ ਗਏ। ਬਾਅਦ ਦੇ ਵਿੱਚ ਪਤਾ ਲੱਗਿਆ ਜਿਹੜੀ ਉਹਦੀ ਸ਼ਨਾਖਤ ਹੋਈ ਵੀ ਉਹ ਬੰਦਾ ਕੋਈ ਆਮ ਬੰਦਾ ਨਹੀਂ ਸੀ, ਸਗੋਂ ਜਿਹੜੀ ਜਨ ਨਾਇਕ ਜਨਤਾ ਪਾਰਟੀ ਹੈ ਜਿਹਦਾ ਦੁਸ਼ਯੰਤ ਸਿੰਘ ਚੌਟਾਲਾ ਕਰਤਾ ਧਰਤਾ ਹੈ, ਉਹਦਾ ਪਾਰਟੀ ਦਾ ਵਰਕਰ ਸੀ। ਹਾਲਾਂਕਿ ਦੁਸ਼ਯੰਤ ਸਿੰਘ ਚੌਟਾਲਾ ਦੀ ਪਾਰਟੀ ਨੇ ਇਹਦਾ ਖੰਡਨ ਕਰਤਾ ਕਿ ਨਹੀਂ ਜੀ ਸਾਡੇ ਨਾਲ ਉਹਦਾ ਕੋਈ ਬਹੁਤਾ ਤਾਲੁਕਾ ਨਹੀਂ ਸੀ, ਪਰ ਇੱਕ ਡਿਪਟੀ ਮੁੱਖ ਮੰਤਰੀ ਦੇ ਨਾਲ ਆਮ ਬੰਦਾ ਨਹੀਂ ਹੋ ਸਕਦਾ, ਤੇ ਅਜਿਹਾ ਬੰਦਾ ਤਾਂ ਬਿਲਕੁਲ ਹੀ ਨਹੀਂ ਹੋ ਸਕਦਾ ਕਿ ਜਿਹੜਾ ਬੰਦਾ ਇਹ ਜ਼ੁਰਤ ਕਰ ਲਵੇ ਕਿ ਇੱਕ IAS ਆਫੀਸਰ ਦੇ ਨਾਲ ਛੇੜਛਾੜ ਕਰ ਲਈ। IAS ਆਫੀਸਰ ਨਾਲ ਛੇੜਛਾੜ ਉਹੀ ਬੰਦਾ ਕਰ ਸਕਦਾ ਹੈ ਜਿਸ ਬੰਦੇ ਦੇ ਕੋਲੇ ਪਾਵਰ ਹੋਵੇ। ਤੇ ਪਾਵਰ ਜਿਹੜੀ ਹੈਗੀ ਸਭ ਤੋਂ ਪਤਾ ਆਪਾਂ ਨੂੰ ਉਹ ਇਹ ਹੈ ਕਿ ਇਹਨਾਂ ਦੀ ਪਾਵਰ ਹੁੰਦੀ ਹੈ ਕਿ ਇਹਦੇ ਮੁੱਖ ਮੰਤਰੀ ਦਾ ਹਰਮਨ ਪਿਆਰਾ ਹੈ, ਇਹ ਡਿਪਟੀ ਮੁੱਖ ਮੰਤਰੀ ਦਾ ਹਰਮਨ ਪਿਆਰਾ ਹੈ। ਸੋ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਸਾਡੇ ਦੇਸ਼ ਦੀ ਹਾਲਤ ਕੀ ਹੈ। ਜਿਸ ਦੇਸ਼ ਦੇ ਵਿੱਚ ਇਹ ਪ੍ਰਧਾਨ ਮੰਤਰੀ ਸਾਹਿਬ ਵਾਰ-ਵਾਰ ਕਹਿੰਦੇ ਆ ਬੇਟੀ ਬਚਾਓ ਬੇਟੀ ਪੜਾਓ, ਬੇਟੀ ਬਚਾਉਣ ਦੀ ਗੱਲ ਕਰਦੇ ਆ, ਬੇਟੀ ਪੜਾਉਣ ਦੀ ਗੱਲ ਕਰਦੇ ਆ, ਲੇਕਿਨ ਜੇ ਬੇਟੀਆਂ IAS ਅਫਸਰਾਂ ਤੱਕ ਪਹੁੰਚੀਆਂ ਹੋਈਆਂ ਤੇ ਉਹਨਾਂ ਦੀ ਇੱਜ਼ਤ ਵੀ ਨਹੀਂ ਸੁਰੱਖਿਅਤ, ਉਹਨਾਂ ਦੇ ਨਾਲ ਵੀ ਇਸ ਤਰ੍ਹਾਂ ਦੀ ਛੇੜਛਾੜ ਹੋ ਸਕਦੀ ਹੈ ਚੰਦੀ ਸਾਹਿਬ, ਤੇ ਫਿਰ ਆਮ ਧੀ ਦਾ ਦੱਸੋ ਕੀ ਬਣਦਾ ਹੋਊ। ਇਹ ਕਿੰਨਾ ਕੁਛ ਹੋਇਆ ਵੈ ਪੰਜਾਬ ਦੇ ਵਿੱਚ। ਤੁਹਾਨੂੰ ਪਤਾ ਕੇਤਕੀ ਕਾਂਡ ਹੋਇਆ ਸੀ, ਔਰ ਉਸ ਕੇਤਕੀ ਕਾਂਡ ਨੇ ਇੱਕ ਸਰਕਾਰ ਦੇ ਲਈ ਮੁਸੀਬਤ ਖੜੀ ਕਰ ਦਿੱਤੀ ਸੀ। ਬੇਅੰਤ ਸਿੰਘ ਕਿਹੜੇ ਵੇਲੇ ਦਾ ਬਣਿਆ ਹੋਇਆ ਹੈ, ਲੇਕਿਨ ਅੱਜ ਤੱਕ ਕੇਤਕੀ ਕਾਂਡ ਜਿਹੜਾ ਹੈਗਾ ਉਹ ਬੇਅੰਤ ਸਿੰਘ ਪਰਿਵਾਰ ਦਾ ਖਹਿੜਾ ਨਹੀਂ ਛੱਡ ਰਿਹਾ। ਪਰ ਇਹ ਦੇਖੋ ਨਾ ਜੁਰਤ ਕਿ ਉਹ ਜੇ ਕੋਈ ਆਮ ਬੰਦਾ ਹੁੰਦਾ ਤਾਂ ਕੁਛ ਦੀ ਕੁਛ ਹੋਇਆ ਹੁੰਦਾ। ਪੰਜਾਬ ਦਾ ਦੌਰ ਕਿਹੜਾ ਸੀ, ਤੇ ਜੇ ਜੁਰਤ ਪਈ ਸੀ ਕੇਤਕੀ ਕਾਂਡ ਕਰਨ ਦੀ, ਤੇ ਉੱਥੇ ਵੀ ਸਿਆਸਤਦਾਨ, ਇੱਥੇ ਵੀ ਸਿਆਸਤਦਾਨ। ਇੱਥੇ ਮੈਂ ਤੁਹਾਨੂੰ ਇੱਕ ਯਾਦ ਕਰਾਉਣੀ ਚਾਹੂੰਗਾ, ਇੱਕ ਬੜਾ ਕਾਬਲ ਅਫਸਰ ਸੀ, ਖਾੜਕੂਬਾਦ ਦੇ ਦੌਰ ਦੇ ਵਿੱਚ ਉਹ ਦਰਬਾਰ ਸਾਹਿਬ ਚ ਮਾਰਿਆ ਗਿਆ ਸੀ। ਉਹਦੀ ਵਾਈਫ ਨੂੰ ਦੇ ਦਿੱਤਾ ਸੀ ਪਹਿਲ ਦੇ ਆਧਾਰ ਦੇ ਉੱਤੇ PCS ਦਾ ਅਹੁਦਾ ਦੇ ਦਿੱਤਾ ਸੀ। ਔਰ ਇਹ ਉਹੀ ਸਰਕਾਰ ਹੈ ਬੇਅੰਤ ਸਿੰਘ ਦੀ ਸਰਕਾਰ। ਉਸ ਯੁੱਗ ਦੇ ਵਿੱਚ ਉਹਦੀ ਵਾਈਫ ਤੋਂ ਫਾਈਲਾਂ ਫੂਲਾਂ ਲੈ ਕੇ ਗਈ ਤਾਂ ਅਚਨਚੇਤ ਬਹੁਤ ਜ਼ਿਆਦਾ ਰੌਲਾ ਪੈ ਗਿਆ ਕਮਰੇ ਦੇ ਵਿੱਚ। ਕਿਸੇ ਵਜ਼ੀਰ ਕੋਲੇ ਫਾਈਲਾਂ ਲੈ ਕੇ ਗਈ ਸੀ, ਕੀ ਹੋ ਗਿਆ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਵਜ਼ੀਰ ਸਾਹਿਬ ਨੇ ਉਹਦੇ ਨਾਲ ਬਦਤਮੀਜ਼ੀ ਕੀਤੀ ਹੈ। ਫਾਤਮਾ ਬੀਵੀ ਜਿਹੜੀ ਸੁਪਰੀਮ ਕੋਰਟ ਦੀ ਜੱਜ ਹੁੰਦੀ ਸੀ, ਉਹਨਾਂ ਦਿਨਾਂ ਦੇ ਵਿੱਚ ਉਹ ਕਿਸੇ ਕਮਿਸ਼ਨ ਦੀ ਚੇਅਰਮੈਨ ਹੁੰਦੀ ਸੀ, ਪਰ ਉਹਦੇ ਕੋਲੇ ਇਹ ਮਾਮਲਾ ਸਾਰੇ ਦਾ ਸਾਰਾ ਪੇਸ਼ ਹੋਇਆ ਸੀ ਚੰਡੀਗੜ੍ਹ ਦੇ ਵਿੱਚ ਕਿ ਇੱਕ PCS ਆਫੀਸਰ ਨਾਲ ਆਹ ਗੱਲ ਹੋਈ ਹੈ। ਹੁਣ ਇੱਥੋਂ ਅੰਦਾਜ਼ਾ ਤੁਸੀਂ ਲਾ ਲਓ ਕਿ ਜਿਸ ਦੇਸ਼ ਦੇ ਵਿੱਚ PCS ਤੇ IAS ਆਫੀਸਰ ਜਿਹੜੀਆਂ ਲੇਡੀ ਆਫੀਸਰ ਉਹ ਸੁਰੱਖਿਅਤ ਨਹੀਂ, ਉਸ ਦੇਸ਼ ਦਾ ਰੱਬ ਹੀ ਰੱਖ ਹੈ ਜੀ। ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ, ਉਸ ਦੇਸ਼ ਦਾ ਰੱਬ ਹੀ ਰੱਖਾ। ਢਿੱਲੋਂ ਸਾਹਿਬ ਇੱਕ ਜਿਹੜੀ ਬੜੀ ਮੇਨ ਖਬਰ ਆ ਨਵਜੋਤ ਸਿੱਧੂ ਦੀ ਆਪਾਂ ਗੱਲ ਕਰਦੇ ਹਾਂ। ਬੜੇ ਵਿਵਾਦਾਂ ਦੇ ਵਿੱਚ ਰਹੇ ਆ ਜੀ। ਮੁੱਖ ਧਾਰਾ ਦੇ ਵਿੱਚ ਕਾਂਗਰਸ ਪਾਰਟੀ ਉਹਨੂੰ ਲਿਆਉਣਾ ਚਾਹੁੰਦੀ ਆ ਕਿਉਂਕਿ ਇਲੈਕਸ਼ਨ ਨੇੜੇ ਆ ਗਈ ਆ। ਪ੍ਰਸ਼ਾਂਤ ਕਿਸ਼ੋਰ ਵੱਲੋਂ ਵੀ ਜਿਹੜਾ ਉੱਪਰੋਂ ਵੀ ਜ਼ੋਰ ਪਾਇਆ ਜਾ ਰਿਹਾ, ਪਰ 36 ਦਾ ਅੰਕੜਾ ਜਿਹੜਾ ਦੋਨਾਂ ਦਾ ਮੈਨਾ ਮਾਨੂ ਵਾਲੀ ਅੜੀ ਦੇ ਉੱਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਆ ਉਹ ਵੀ ਚੁੱਕਣਾ ਨਹੀਂ ਚਾਹੁੰਦਾ। ਉਹ ਵੀ ਕਹਿੰਦਾ ਮੇਰੀ ਬੱਲੇ ਬੱਲੇ ਆ, ਮੇਰੇ ਕੋਲ ਮੇਰੇ ਵਿਧਾਇਕ ਮੇਰੇ ਨਾਲ ਆ, ਸਾਰਾ ਕੁਛ ਆ, ਭਾਰੀ ਬਹੁਮਤ ਦੇ ਵਿੱਚ ਆ, ਤੇ ਨਵਜੋਤ ਸਿੱਧੂ ਚੁੱਕਣਾ ਉਹ ਵੀ ਨਹੀਂ ਚਾਹੁੰਦਾ। ਪੇਚਾ ਬੜਿਆ ਬੁਰੀ ਤਰ੍ਹਾਂ ਪੈ ਗਿਆ ਤੇ ਹੁਣ ਪਤਾ ਨਹੀਂ ਕਿਹੜੀ ਵੜੇਵੇਂ ਖਾਣੀ ਨਿੱਤਰਦੀ ਹੈ ਜੀ। ਦੇਖੋ ਗੱਲ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਬਾਰੇ ਤੁਸੀਂ ਵੀ ਜਾਣਦੇ ਤੇ ਮੈਂ ਵੀ ਜਾਣਦਾ ਕਿ ਦੇਹ ਬਣ ਤੋਂ ਆਪਾਂ ਉਹਦੇ ਬਾਰੇ ਗੱਲ ਕਰਦੇ ਰਹੇ ਹਾਂ ਜੀ। ਪਿਛਲੇ ਦਿਨਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪਦੀ ਸਰਕਾਰ ਦੇ 4 ਸਾਲ ਪੂਰੇ ਹੋਣ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਪੱਤਰਕਾਰਾਂ ਨੇ ਸਵਾਲ ਕੀਤਾ ਸੀਗਾ ਜੀ ਦੱਸੋ ਨਵਜੋਤ ਸਿੱਧੂ ਬਾਰੇ
ਉਹ ਕਹਿੰਦਾ ਨਵਜੋਤ ਸਿੰਘ ਸਿੱਧੂ ਸਾਡੇ ਲਈ ਬਹੁਤ ਵਧੀਆ ਬੰਦਾ ਹੈ, ਸਾਨੂੰ ਪਾਰਟੀ ਨੂੰ ਸਾਡੀ ਨੂੰ ਉਹਦੀ ਲੋੜ ਹੈ। ਸਾਰੀ ਪਾਰਟੀ ਮਹਿਸੂਸ ਕਰਦੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਆਉਣਾ ਚਾਹੀਦਾ ਹੈ ਤੇ ਨਵਜੋਤ ਸਿੰਘ ਸਿੱਧੂ ਆ ਜੇ ਤੇ ਕਿਸੇ ਨੇ ਫਿਰ ਪੁੱਛਿਆ ਜੀ ਤੁਸੀਂ ਆਉਦਾ ਕੀ ਰਹੋਗੇ, ਤੇ ਅਮਰਿੰਦਰ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਜੇ ਨਵਜੋਤ ਸਿੰਘ ਸਿੱਧੂ ਮੰਗਦਾ ਹੈ ਤਾਂ ਮੈਂ ਤਾਂ ਭਾਵੇਂ ਉਹ ਮੇਰੇ ਵਾਲਾ ਵੀ ਉਹਦਾ ਮੰਗ ਲਈ, ਮੈਂ ਆਪਣੇ ਵਾਲਾ ਉਹਦਾ ਵੀ ਉਹਨੂੰ ਦੇਣ ਨੂੰ ਤਿਆਰ ਹਾਂ। ਇਹ ਗੱਲ ਜਦੋਂ ਉਹਨੇ ਕਹੀ ਤੇ ਬਾਅਦ ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਇੱਕ ਟਵੀਟ ਆ ਗਿਆ ਸੀ ਕਿ ਤਿਨਕੇ ਨਾਲੋਂ ਜਿਹੜੀ ਰੂਈ ਪਤਲੀ ਹੁੰਦੀ ਹੈ, ਹਲਕੀ ਹੁੰਦੀ ਹੈ, ਤੇ ਰੂਹ ਨਾਲੋਂ ਹਲਕਾ ਉਹ ਬੰਦਾ ਹੁੰਦਾ ਜਿਹੜਾ ਆਪਦੇ ਲਈ ਮੰਗਦਾ ਹੈ। ਮੈਂ ਆਪਦੇ ਲਈ ਕੁਛ ਨਹੀਂ ਮੰਗਦਾ। ਹੁਣ ਉਹ ਕਹਿੰਦਾ ਮੈਂ ਮੰਗਦਾ ਵੀ ਨਹੀਂ ਤੇ ਮੰਗਦਾ ਵੀ ਹੈ, ਉਹਨੂੰ ਮਿਲਦਾ ਨਹੀਂ ਮਿਲਦਾ। ਇਹ ਕੰਮ ਤਾਂ ਕਾਂਗਰਸ ਹਾਈ ਕਮਾਂਡ ਦੇ ਕੋਲੇ ਜਿਹੜਾ ਹੈਗਾ ਪੈਂਡਿੰਗ ਪਿਆ ਹੈ। ਕਾਂਗਰਸ ਹਾਈ ਕਮਾਂਡ ਇਹਦੇ ਵਿੱਚ ਕੀ ਫੈਸਲਾ ਲੈ ਸਕਦੀ ਹੈ, ਕੀ ਕਾਰਵਾਈ ਕਰ ਸਕਦੀ ਹੈ, ਇਹ ਤਾਂ ਕਾਂਗਰਸ ਹਾਈ ਕਮਾਂਡ ਨੂੰ ਪਤਾ ਹੈ। ਲੇਕਿਨ ਇਹ ਮੁੱਦਾ ਜਿਹੜਾ ਹੈਗਾ ਇਹ ਚਰਚਾ ਦਾ ਵਿਸ਼ਾ ਬਹੁਤ ਹੈ, ਕਿਉਂਕਿ ਨਵਜੋਤ ਸਿੰਘ ਸਿੱਧੂ ਕਦੇ ਵੀ ਸਿੱਧੇ ਮੂੰਹ ਆਪ ਨਹੀਂ ਕੋਈ ਗੱਲ ਕਰਦਾ। ਉਹ ਹਰ ਗੱਲ ਜਿਹੜੀ ਹੈਗੀ ਹੈ ਟਵੀਟ ਰਾਹੀਂ ਕਰਦਾ ਹੈ। ਟਵੀਟ ਤੋਂ ਸਮਝ ਨਹੀਂ ਆਉਂਦੀ ਕਿ ਕੀ ਕਮਾਂਗੇ। ਕਈ ਵਾਰੀ ਹੁਣ ਤੁਸੀਂ ਇਹ ਵੀ ਦੇਖਿਆ ਹੋਣਾ, ਉਹਨੇ ਇੱਕ ਟਵੀਟ ਕੀਤਾ ਸੀਗਾ ਕਿ ਜਿਹੜਾ ਹੈਗਾ ਵਿਚਾਰ ਬੰਦੇ ਨੂੰ ਆਪਣੇ ਵਿਚਾਰ ਖੁੱਲ ਕੇ ਰੱਖਣੇ ਚਾਹੀਦੇ ਹੈ, ਲੇਕਿਨ ਮਰਿਆਦਾ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਤਾਂ ਕਿ ਦੁਬਾਰਾ ਗੱਲਬਾਤ ਹੁੰਦੀ ਰਹੇ। ਇਹ ਹੁਣ ਪਤਾ ਨਹੀਂ ਲੱਗ ਰਿਹਾ ਕੀ ਹੈ, ਲੇਕਿਨ ਇਹ ਗੱਲ ਪੱਕੀ ਹੈ ਕਿ ਕੈਪਟਨ ਅਮਰਿੰਦਰ ਵੀ ਜਿਹੜਾ ਹੈਗਾ ਛੇਤੀ ਕੀਤੇ ਹਥਿਆਰ ਉਹ ਵੀ ਸਿੱਟਣ ਵਾਲਾ ਨਹੀਂ। ਅਗਲਾ ਐਕਸ਼ਨ ਕੀ ਹੋਊਗਾ ਨਵਜੋਤ ਸਿੰਘ ਸਿੱਧੂ ਦਾ, ਇਹਦੇ ਬਾਰੇ ਵੀ ਜਾਣਕਾਰੀ ਕੋਈ ਅਜੇ ਤੱਕ ਮਿਲ ਨਹੀਂ ਰਹੀ। ਪਰ ਇਹ ਹੈ ਵੀ ਕਾਂਗਰਸ ਹਾਈ ਕਮਾਂਡ ਦੇ ਲਈ ਇਹ ਮੁੱਦਾ ਗਲੇ ਦੀ ਹੱਡੀ ਜ਼ਰੂਰ ਬਣਿਆ ਹੋਇਆ। ਵਾਕਿਆ ਗੱਲ ਸਹੀ ਹੈ ਢਿੱਲੋਂ ਸਾਹਿਬ। ਆਪਾਂ ਚੱਲਦੇ ਲਾਸਟ ਖਬਰ ਤੇ ਜੀ। ਕਿਸਾਨਾਂ ਦੇ ਬਾਈਕਾਟ ਵਾਲੇ ਫੈਸਲੇ ਦੀ ਦਹਿਸ਼ਤ। ਹਰਿਆਣਾ ਦੇ ਮੁੱਖ ਮੰਤਰੀ ਨੇ 22 ਜ਼ਿਲ੍ਹਿਆਂ 'ਚ 163 ਜਿਹੜੀਆਂ ਪ੍ਰੋਜੈਕਟਾਂ ਦਾ ਕੀਤਾ ਵਰਚੁਅਲ ਉਦਘਾਟਨ। ਹਾਂਜੀ, ਇਹ ਤਾਂ ਹੁਣ ਬਹੁਤ ਵੱਡਾ ਮਾਮਲਾ ਬਣ ਗਿਆ ਜੀ, ਕਿਉਂਕਿ ਕਿਸਾਨ ਕਹਿੰਦੇ ਹੈ ਜੇ ਕੋਈ ਵੀ ਬੰਦਾ ਜੇਜੇਪੀ ਦਾ ਜਾਂ ਬੀਜੇਪੀ ਦਾ ਪਿੰਡਾਂ 'ਚ ਵੜਿਆ ਸੀ ਉਹਨੂੰ ਵੜ ਨਹੀਂ ਦੇਣਾ, ਸਾਡਾ ਪੱਕਾ ਬਾਈਕਾਟ ਹੈ। ਲੇਕਿਨ ਕਿਉਂਕਿ ਇਹ ਹੁਣ ਸਮਾਂ ਉਹ ਹੈ ਜਿਹੜੇ ਸਮੇਂ ਦੇ ਵਿੱਚ ਸਰਕਾਰੀ ਪੈਸਾ ਖਤਮ ਹੋ ਰਿਹਾ ਹੈ, ਕਿਉਂਕਿ 31 ਮਾਰਚ ਜਿਹੜੀ ਹੁੰਦੀ ਹੈ 31 ਮਾਰਚ ਤੱਕ ਜਿਹੜੇ ਕੰਮ ਹੋ ਗਏ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਵੀ ਪੈਸਾ ਲੈਪਸ ਹੋ ਜਾਂਦਾ ਹੈ। ਸਰਕਾਰਾਂ ਆਪਦਾ ਟੌਰ ਬਣਾਉਣ ਵਾਸਤੇ ਉਹ ਕਰਦੀਆਂ ਉਦਘਾਟਨ ਕਰਦੀਆਂ ਥਾਂ ਤੇ ਨੀਂਹ ਪੱਥਰ ਰੱਖਦੀਆਂ, ਪੈਸੇ ਨੂੰ ਇਨਵੈਸਟ ਕਰਦੀਆਂ। ਇਵੇਂ ਜਿਵੇਂ ਪੈਸਾ ਇੱਥੇ ਵੀ ਇਨਵੈਸਟ ਹੋਣ ਵਾਲੀ ਗੱਲ ਹੈ। ਉਹਦੇ ਵਾਸਤੇ ਹੁਣ ਮਨੋਹਰ ਲਾਲ ਖੱਟਰ ਪਿੰਡਾਂ 'ਚ ਤਾਂ ਜਾ ਨਹੀਂ ਸਕਦੇ, ਕਿਉਂਕਿ ਇਹ ਪਤਾ ਵੀ ਉਹਨਾਂ ਨੂੰ ਕਿਸੇ ਨੇ ਉਤਰਨ ਨਹੀਂ ਨਾ। ਹੈਲੀਕਾਪਟਰ ਤਾਂ ਜਦੋਂ ਦੇਖਦੇ ਆ ਲੋਕ ਨਾਲ ਦੀ ਨਾਲ ਹੀ ਕੰਧਾਲੀਆਂ ਤੇ ਟੰਗਲੀਆਂ ਚੱਕ ਕੇ ਆ ਜਾਂਦੇ ਕਿ ਜੀ ਅਸੀਂ ਠੰਡ ਉਤਰਨ ਦਿੰਦੇ, ਔਰ ਤੋੜ ਭੰਨ ਵੀ ਕਰਦੇ ਆ। ਆਪਾਂ ਦੇਖਿਆ ਪਹਿਲਾਂ ਵੀ ਮਨੋਹਰ ਲਾਲ ਖੱਟਰ ਨੇ ਆਉਣਾ ਸੀ, ਔਰ ਇਹਨਾਂ ਦਾ ਜਿਹੜਾ ਹੈਗਾ ਹੈਲੀਪੈਡ ਵਾਲੀ ਜਗ੍ਹਾ ਲੋਕਾਂ ਨੇ ਉਹ ਪੁੱਟਦੀ ਸੀ, ਜਿੱਥੇ ਇਹਨਾਂ ਨੇ ਪੰਡਾਲ ਦੇ ਵਿੱਚ ਬੈਠਣਾ ਸੀ ਆ ਕੇ ਉੱਥੇ ਬੁਰਾ ਹਾਲ ਕਰਤਾ ਸੀ, ਪੰਡਾਲ ਤੋੜਤਾ ਸੀ। ਇਹ ਚੀਜ਼ਾਂ ਚੱਲਦੀਆਂ, ਇਹਦੇ ਚੱਲਦੇ ਹੁਣ ਉਹਨਾਂ ਦੇ ਕੋਲੇ ਹੋਰ ਕੋਈ ਤਰੀਕਾ ਕਾਰ ਨਹੀਂ। ਫਿਰ ਉਹਨੇ ਵਰਚੁਅਲੀ ਕੱਲ ਡਿਜੀਟਲ ਢੰਗ ਦੇ ਨਾਲ ਉਹ ਉਦਘਾਟਨ ਕੀਤਾ ਵੀ ਲਓ ਜੀ ਮੈਂ ਉਹਦਾ ਉਦਘਾਟਨ ਕਰ ਦਿੱਤਾ। ਪਰ ਇਹ ਹੈ ਵੀ ਅਖਬਾਰਾਂ ਔਰ ਜਿਹੜਾ ਮੀਡੀਆ ਤੰਤਰ ਹੈ ਉਹ ਇਸ ਗੱਲ ਨੂੰ ਲੈ ਕੇ ਬੜਾ ਐਕਟਿਵ ਹੋਇਆ ਵੀ ਆਹ ਦੇਖੋ ਜੀ ਇਹਨੂੰ ਕਹਿੰਦੇ ਆ ਕਿਸਾਨ ਦੀ ਏਕਤਾ ਤੇ ਇਹਨੂੰ ਕਹਿੰਦੇ ਆ ਕਿਸਾਨ ਦੀ ਦ੍ਰਿੜਤਾ। ਉਂਝ ਤਾਂ ਉਹਨਾਂ ਨੂੰ ਅੰਨਦਾਤਾ ਕਹਿੰਦੇ ਆ, ਲੇਕਿਨ ਜਿਹੜੀ ਕਾਰਪੋਰੇਟ ਘਰਾਣਿਆਂ ਦੀ ਚਾਕਰੀ ਵਾਲਾ ਕੰਮ ਹੈ ਇਹਨਾਂ ਵਾਸਤੇ ਪੋਲੀਟੀਸ਼ੀਅਨਾਂ ਵਾਸਤੇ ਇਹ ਉਸ ਪਾਸੇ ਨੂੰ ਪੈਂਦੇ ਆ। ਪਰ ਨਾਲ ਲੋਕ ਜਿਹੜੇ ਹੈਗੇ ਆ ਉਹ ਆਟੇ ਦਾਣੇ ਦਾ ਭਾਅ ਵੀ ਬਰਾਬਰੀ ਦੱਸੀ ਜਾਂਦੇ ਆ। ਸੋ ਹੁਣ ਹਾਲਤ ਇਹ ਬਣੀ ਹਰਿਆਣੇ ਦੇ ਵਿੱਚ ਖਾਸ ਕਰਕੇ ਬਣੀ ਹੋਈ ਹੈ ਜੀ। ਹਰਿਆਣੇ ਦੇ ਵਿੱਚ ਰਾਜਨੀਤਿਕ ਬੰਦੇ ਘਰਾਂ ਤੋਂ ਬਾਹਰ ਜਿਹੜੇ ਨਿਕਲਣੇ ਮੁਸ਼ਕਲ ਹੋ ਗਏ ਹੈ, ਖਾਸ ਕਰਕੇ ਹਾਕਮ ਧਿਰ ਨਾਲ ਜਿਹੜੇ ਸੰਬੰਧਿਤ ਹੈ ਜੀ। ਬਿਲਕੁਲ ਜੀ ਢਿੱਲੋਂ ਸਾਹਿਬ, ਆਪਣੇ ਪ੍ਰੋਗਰਾਮ ਦਾ ਸਮਾਂ ਵੀ ਸਮਾਪਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ, ਮਿਹਰਬਾਨੀ ਜੀ। ਜੀ ਦੋਸਤੋ, ਬਿਲਕੁਲ ਜੀ ਆਪਣੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ। ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਦਾ ਜ਼ਰੂਰ ਦੱਸਿਆ ਕਰੋ, ਤੇ ਨਾਲ ਹੀ ਤੁਸੀਂ ਕਿਸੇ ਬਿਜ਼ਨਸ ਭਰਾ ਦੇ ਕੋਲ ਜਾਂਦੇ ਹੋ ਤਾਂ ਉਹਨੂੰ PTN 24 ਦਾ ਹਵਾਲਾ ਜ਼ਰੂਰ ਦਿਆ ਕਰੋ ਜੀ। ਆਪਾਂ ਮਿਲਦੇ ਹਾਂ ਸਵੇਰੇ 9 ਵਜੇ ਤੋਂ ਲੈ ਕੇ 11 ਵਜੇ ਤੱਕ PTN 24 ਤੇ ਰੇਡੀਓ 1690 AM ਤੇ। ਮੈਨੂੰ ਵੀ ਇੱਥੇ ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਸਤਿ ਸ਼੍ਰੀ ਅਕਾਲ।